ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਧੰਦੈ ਝੂਠ। ਸੁਆਨ ਸੂਕਰ ਬਾਇਸ ਜਿਵੈ, ਭਟਕਤ ਚਾਲਿਓ ਊਠ। ਆਪਸ ਕਉ ਦੀਰਘ ਕਰ ਜਾਣੈ, ਔਰ ਨ ਕਉ ਲਗ ਮਾਤ। ਮਨਸਾ ਬਾਚਾ ਕਰਮਨਾ, ਮੈਂ ਦੇਖੇ ਦੋਜਕ ਜਾਤ। ਕਾਮੀ ਕ੍ਰੋਧੀ ਚਾਤੁਰੀ, ਬਾਜੀਗਰ ਬੇਕਾਮ। ਨਿੰਦਾ ਕਰਤੇ ਜਨਮ ਸਿਰਾਨੋ, ਕਬਹੂ ਨ ਸਿਮਰਿਓ ਰਾਮ। ਕਹਿ ਕਬੀਰ ਚੇਤੈ ਨਹੀਂ, ਮੂਰਖ ਮੁਗਧ ਗਵਾਰ। ਰਾਮ ਨਾਮ ਜਾਣਿਓ ਨਹੀਂ, ਕੈਸੇ ਉਤਰਸ ਪਾਰ। ਰੰਗ ਮਾਣ ਲੈ ਪਿਆਰਿਆ, ਜਾ ਜੋ ਬਨ ਨਉ ਹੁਲਾ। ਦਿਨ ਥੋੜੜੇ ਥਕੇ, ਪਹਿਆ ਪੁਰਾਣਾ ਚੋਲਾ। ਬੇਸੁਮਾਰ ਅਥਾਹ ਅਗਨਤ ਅਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ। ਧੰਦੇ ਹੀ ਮਹਿ ਮਰ ਗਇਓ, ਬਾਹਰ ਭਈ ਨਾ ਬੰਬ। ਕਬੀਰ ਆਖੀ ਕੇਰੇ ਮਾਟੁਕੇ, ਪਲ ਪਲ ਗਈ ਬਿਹਾਈ। ਮਨ ਜੰਜਾਲ ਨ ਛੋਡਈ, ਜਮ ਦੀਆ ਦਮਾਮਾ ਆਈ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ। ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ, ਆਪਣੇ ਜੀਵਨ ਦੀ ਗੁਰੂ ਸ਼ਬਦ ਦੀ ਸਾਧਨਾ ਨਾਲ ਅਧਿਆਤਮਿਕ ਕਾਰ ਕਮਾਉਣ ਦਾ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸ਼ਰਵਣ ਭਗਤੀ ਦੁਆਰਾ ਕੀਰਤਨ ਦੇ ਸਹਿਤ ਨਾਮ ਰਸ ਨੂੰ ਸੰਚਣ ਦਾ, ਸ਼ਬਦ ਵਿਚਾਰ ਦੇ ਆਧਾਰ ਨਾਲ ਗਿਆਨਮਈ ਪ੍ਰਕਾਸ਼ ਨੂੰ ਮਾਨਣ ਦਾ ਨਿਰਮਲ ਯਤਨ ਕਰ ਰਹੇ ਹੋ ਜੀ।
ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਆਪ ਜੀ ਸ਼੍ਰਵਣ ਕਰ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ RAM ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ। ਇਸ ਤੋਂ ਪਹਿਲੇ ਸ਼ਲੋਕ ਦੇ ਅੰਦਰ ਕਬੀਰ RAM ਰਤਨ ਮੁਖ ਕੋਥਰੀ, ਪਾਰਖ ਆਗੇ ਖੋਲ, ਕਿ ਜਦ ਅਧਿਆਤਮਿਕ ਸਾਧਨਾ ਕਰਦਿਆਂ, ਭਗਤੀ ਦੇ ਸਹਿਵਤ ਜੀਵਨ ਬਤੀਤ ਕਰਦਿਆਂ, ਸਿਮਰਨ ਦਾ ਆਚਰਣ ਧਾਰਨ ਕਰਕੇ ਗਿਆਨ ਦੇ ਚਿੰਤਨ ਨਾਲ, ਸ਼ਬਦ ਦੇ ਅਭਿਆਸ ਨਾਲ ਅਧਿਆਤਮਿਕ ਮਾਰਗ 'ਤੇ ਮਨੁੱਖ ਚੱਲਦਾ ਹੈ। ਚੱਲਦਿਆਂ ਹੋਇਆਂ ਜੋ ਪ੍ਰਭੂ ਦੀ ਕਿਰਪਾ ਰੂਪ ਅੰਦਰੂਨੀ ਹਿਰਦੇ ਦੇ ਅਧਿਆਤਮਿਕ ਅਨੁਭਵ ਜਿਹੜੇ ਪ੍ਰਾਪਤ ਹੁੰਦੇ ਹਨ ਕਿਸੇ ਅਵਸਥਾ ਰੂਪ ਕਰਕੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਸ਼ਰੇਆਮ ਜ਼ਾਹਰ ਨਾ ਕਰ, ਸਗੋਂ ਉਹਦੇ ਲਈ ਕਿਸੇ ਵੱਡੇ ਜਗਿਆਸੂ ਦੀ ਪਾਰਖੂ ਦੀ ਤਲਾਸ਼ ਕਰ। ਕਿ ਜਦੋਂ ਕੋਈ ਵੱਡਾ ਪਾਰਖੂ ਜਗਿਆਸੂ ਮਿਲ ਜਾਏਗਾ ਤਾਂ ਉਹ ਇਸ ਸ਼ਬਦ ਅਨੁਭਵ ਦੇ ਰਤਨਾਂ ਨੂੰ ਬੜਾ ਮਹਿੰਗਾ ਮੁੱਲ ਲੈ ਕੇ ਵੀ ਇਹਦਾ ਵਣਜ ਜ਼ਰੂਰ ਕਰੇਗਾ। ਪਰ ਜਦੋਂ ਇਹਨਾਂ ਦੀ ਸਾਰ ਤੋਂ ਵਿਹੂਣੇ ਮਨੁੱਖਾਂ ਦੇ ਪਾਸ ਰੱਬੀ ਅਨੁਭਵ ਦੀਆਂ ਬਾਤਾਂ ਪਾਏਗਾ, ਉਹ ਇਸ ਗੱਲ ਦਾ ਜਾਂ ਤਾਂ ਮਜ਼ਾਕ ਉਡਾਉਣਗੇ, ਜਾਂ ਇਹਦੀ ਮਹੱਤਤਾ ਉਹ ਇਨਕਾਰੀ ਹੋਣਗੇ, ਜਾਂ ਇਹਦੀ ਬਹੁਤ ਹੀ ਘੱਟ ਕੀਮਤ ਰੱਖਣਗੇ। ਭਾਵ ਕਿ ਇਸ ਕਰਕੇ ਰੱਬੀ ਭੇਦਾਂ ਦੀ ਸਾਂਝ ਉਸ ਸ਼ਖਸ ਨਾਲ ਹੀ ਕਰ ਜਿਹੜਾ ਇਸ ਮਾਰਗ ਦਾ ਪਾਂਦੀ ਹੈ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਕਬੀਰ RAM ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਨੁੱਖਾ ਜਨਮ ਨੂੰ ਪਾ ਕੇ ਸਰੀਰ ਦਾ ਆਕਾਰ ਧਾਰਨ ਕਰਕੇ, ਪ੍ਰਾਣਾਂ ਦਾ ਆਧਾਰ ਲੈ ਕੇ, ਆਤਮ ਜੋਤ ਸਰੂਪ ਨੂੰ ਆਪਣੇ ਇਸ ਸਰੀਰ ਅੰਦਰ ਪ੍ਰਭੂ ਦੀ ਕਿਰਪਾ ਨਾਲ ਧਾਰਨ ਕਰਕੇ ਸੰਸਾਰ ਦੀ ਸਰਾਂ ਦੇ ਵਿੱਚ ਜੀਵ ਆ ਗਿਆ ਔਰ ਇੱਥੇ ਆ ਕੇ ਪਰਮੇਸ਼ਰ ਦੀ ਪ੍ਰਤੀਤ ਨੂੰ ਵਿਸਾਰ ਦਿੱਤਾ ਅਤੇ ਕੇਵਲ ਇਤਨਾ ਜੀਵਨ ਦਾ ਮਕਸਦ ਰੱਖ ਲਿਆ ਕਿ ਪਾਲਿਓ ਕਟਕ ਕੁਟੰਬ। ਬਹੁਤ ਵੱਡੇ ਪਰਿਵਾਰ ਦੀ ਪਾਲਣਾ ਕਰਦਾ ਰਿਹਾ, ਉਹਨਾਂ ਦੀ ਪਰਵਰਿਸ਼ ਦੇ ਤਰਫ ਹੀ ਇਹਦਾ ਸਾਰੀ ਜ਼ਿੰਦਗੀ ਖਿਆਲ ਰਿਹਾ ਔਰ ਕਹਿੰਦੇ ਇੱਥੋਂ ਤੱਕ ਇਹਦਾ ਜੀਵਨ ਗ੍ਰਸਤ ਹੋ ਗਿਆ ਸੰਸਾਰਕ ਧੰਦਿਆਂ ਵਿੱਚ। ਧੰਦੇ ਹੀ ਮਹਿ ਮਰ ਗਇਓ। ਕੰਮ ਕਰਦਿਆਂ, ਪਰਿਵਾਰ ਦੀਆਂ ਗਰਜਾਂ ਪੂਰੀਆਂ ਕਰਦਿਆਂ ਜਾਂ ਆਪਣੀਆਂ ਵਕਾਰੀ ਤ੍ਰਿਸ਼ਨਾਲੂ ਲੋੜਾਂ ਨੂੰ ਪੂਰੀਆਂ ਕਰਦਿਆਂ ਜੀਵਨ ਖਤਮ ਹੋ ਗਿਆ। ਬਾਹਰ ਭਈ ਨਾ ਬੰਬ, ਭਾਵ ਕਿ ਮਰਦੇ ਦਮ ਕੋਈ ਆਵਾਜ਼ ਤੱਕ ਨਾ ਨਿਕਲੀ, ਕੋਈ ਬਹੁਤਾ ਵੱਡਾ ਜ਼ਿਕਰ ਨਹੀਂ ਹੋਇਆ ਕਿ ਇੰਨੇ ਵੱਡੇ ਕੁਟੰਬ ਨੂੰ ਪਾਲਦਾ ਪੋਸਦਾ ਮਰਿਆ। ਕੇਵਲ ਉਸ ਪਰਿਵਾਰ ਤੱਕ ਹੀ ਇਹ ਗੱਲ ਸੀਮਤ ਰਹੀ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਗੁਰੂ ਕਿਰਪਾ ਸਦਕਾ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ ਜੀ। ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ, RAM ਨਾਮ ਜਾਣਿਓ ਨਹੀਂ। ਹੁਣ RAM ਨਾਮ ਸ਼ਬਦ ਬਾਣੀ ਦੇ ਵਿੱਚ, ਪਾਵਨ ਬਾਣੀ ਦੇ ਅੰਤਰਗਤ ਬਹੁਤ ਵਾਰੀ ਇਕੱਠਾ ਹੁੰਦਾ ਹੈ। ਇਕੱਠਾ ਆਉਣ ਦਾ ਇਹਦਾ ਇੱਕ ਭਾਵ ਇਹ ਹੈ ਕਿ RAM ਨਾਮ ਸ਼ਬਦ ਕਿਉਂ ਇਕੱਠਾ ਹੁੰਦਾ ਹੈ। RAM ਅਕਾਲ ਪੁਰਖ ਦੀ ਹਸਤੀ ਜਿਹੜੀ ਹਰੇਕ ਕਣ ਦੇ ਵਿੱਚ ਰਮ ਰਹੀ ਹੈ। ਭਾਵ ਨਮਕ ਜਲ ਦੇ ਵਿੱਚ ਘੁਲਿਆ ਹੋਇਆ ਹੈ, ਨਹੀਂ ਪਤਾ ਲੱਗੇਗਾ ਕਿਉਂਕਿ ਉਹਦਾ ਕੋਈ ਰੰਗ ਨਹੀਂ ਹੈ। ਪਰ ਜਦੋਂ ਪਤਾ ਲੱਗੇਗਾ, ਉਸ ਨੂੰ ਚੱਖਿਆ ਜਾਏਗਾ, ਉਸ ਨੂੰ ਪੀਤਾ ਜਾਏਗਾ ਉਸ ਜਲ ਨੂੰ, ਤਾਂ ਸਹਿਜੇ ਅਨੁਭਵ ਹੋ ਜਾਏਗਾ ਕਿ ਇਸ ਜਲ ਦੇ ਅੰਦਰ ਨਮਕ ਹੈ। ਲੱਕੜ ਦੇ ਅੰਦਰ ਅੱਗ ਹੈ, ਪਰ ਅੱਗ ਉਂਝ ਨਹੀਂ ਪਤਾ ਲੱਗੇਗੀ। ਜਦੋਂ ਲੱਕੜ ਆਪਸ ਦੇ ਵਿੱਚ ਸੁੱਕੀ ਹੋਈ ਘਿਸਰਦੀ ਹੈ ਜਾਂ ਕਿਸੇ ਕਾਰਨ ਨੇੜੇ ਅੱਗ ਉਹਦੇ ਉਤਪੰਨ ਹੋ ਜਾਏ
ਤਾਂ ਉਹ ਅੱਗ ਨੂੰ ਬਹੁਤ ਜ਼ਿਆਦਾ ਬੜਾਵਾ ਦੇ ਦਿੰਦੀ। ਇਸ ਕਰਕੇ ਪਤਾ ਲੱਗਦਾ ਹੈ ਕਿ ਇਹਦੇ ਅੰਦਰ ਅਗਨ ਹੈ। ਦੁੱਧ ਦੇ ਅੰਦਰ ਘੀ ਸਮਾਇਆ ਹੋਇਆ ਹੈ, ਪਰ ਇਸ ਗੱਲ ਦਾ ਸਹਿਜੇ ਨਿਰਣਾ ਨਹੀਂ ਹੋ ਸਕਦਾ। ਇੱਕ ਘਾਲਣਾ ਤੋਂ ਬਾਅਦ ਉਹਦਾ ਨਿਰਣਾ ਹੁੰਦਾ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਨਾਮ ਸਾਨੂੰ ਉਂਝ ਅਕਾਲ ਪੁਰਖ ਦੀ ਹਸਤੀ ਦਾ ਸਿੱਧਾ ਸਿੱਧਾ ਬੋਧ ਨਹੀਂ, ਇਸ ਕਰਕੇ ਨਾਮ ਦੁਆਰਾ ਉਹਦੇ ਸਰੂਪ ਨੂੰ ਬੁੱਝਿਆ, ਜਾਣਿਆ ਅਤੇ ਮਹਿਸੂਸ ਕੀਤਾ ਜਾਂਦਾ ਹੈ। ਇਸ ਕਰਕੇ ਇਹਨੂੰ ਸਿਗਨੀਫਾਈਡ ਕਹਿੰਦੇ ਹਨ ਕਿ ਜਿਹਦੇ ਦੁਆਰਾ ਕਿਸੇ ਚੀਜ਼ ਦਾ ਬੋਧ ਹੋਵੇ। ਹੁਣ ਅਸੀਂ ਜਿੰਨਾਂ ਚੀਜ਼ਾਂ ਦੇ ਨਾਲ ਵਾਬਸਤਾ ਹਾਂ, ਚਾਹੇ ਸੰਬੰਧੀ ਨੇ, ਚਾਹੇ ਕੁਝ ਵੀ ਹੈ, ਹਰੇਕ ਚੀਜ਼ ਦਾ ਸਾਡੇ ਕੋਲੋਂ ਨਾਮ ਹੈ। ਇਸ ਕਰਕੇ ਜਿਸ ਪ੍ਰਤੀਤ ਦੇ ਨਾਲ ਪਰਮੇਸ਼ਰ ਦੀ ਵਿਆਪਕ ਹਸਤੀ ਦਾ ਬੋਧ ਹੁੰਦਾ ਹੈ, ਉਸ ਚੀਜ਼ ਨੂੰ ਨਾਮ ਕਿਹਾ ਜਾਂਦਾ ਹੈ। ਹੁਣ ਇਹਦੇ ਪਹਿਲਾ ਨੁਕਤਾ ਮੈਂ ਲੜੀਵਾਰ ਅਰਜ਼ ਕਰਾਂਗਾ, ਧਿਆਨ ਦੇ ਵਿੱਚ ਰੱਖਣਾ। ਰਾਮ ਨਾਮ ਜਾਣਿਓ ਦਾ ਪਹਿਲਾ ਨੁਕਤਾ ਕੀ ਹੈ? ਭਾਵ ਕਿ ਇਹ ਸਰੀਰ ਬਣਿਆ ਚਾਰ ਤੱਤਾਂ ਕਰਕੇ। ਪੰਜਵਾਂ ਤੱਤ ਆਕਾਸ਼ ਮਾਲਕ ਦੀ ਆਤਮ ਜੋਤ ਇਹਦੇ ਵਿੱਚ ਸ਼ਾਮਲ ਹੋ ਗਈ। ਇਸ ਸ਼ਾਮਲ ਹੋਣ ਦੇ ਨਾਲ ਇਹ ਸਰੀਰ ਪੂਰਾ ਬਣ ਗਿਆ ਅਤੇ ਜਗਤ 'ਤੇ ਕਿਰਿਆਸ਼ੀਲ ਹੋ ਗਿਆ, ਚੱਲਣ ਲੱਗ ਪਿਆ, ਬੋਲਣ ਲੱਗ ਪਿਆ, ਮਹਿਸੂਸ ਕਰਨ ਲੱਗ ਪਿਆ, ਜੀਵਨ ਦੇ ਅਨੇਕਾਂ ਪ੍ਰਕਾਰ ਦੇ ਕਾਰਜ ਕਰਨ ਲੱਗ ਪਿਆ। ਮਨੁੱਖ ਨੇ ਰਾਮ ਨਾਮ ਜਾਣਿਓ ਦੇ ਲਈ ਕੀ ਨਹੀਂ ਕੀਤਾ? ਸਰੀਰ ਦੇ ਬਲ ਦੀ ਪਹਿਚਾਣ ਆ ਗਈ ਕਿ ਮੇਰੀ ਬੁੱਧੀ ਦੀ ਸਮਰੱਥਾ ਬੜੀ ਹੈ, ਮੈਂ ਦੁਨੀਆ ਭਰ ਦਾ ਕਿਸੇ ਵੀ ਮਸਲੇ ਦਾ ਚਿੰਤਨ ਕਰਕੇ ਉਹਦਾ ਇੱਕ ਸੁਚੱਜਾ ਹੱਲ ਕੱਢ ਸਕਦਾ। ਆਪਣੀ ਬੁੱਧੀ ਬਾਰੇ ਪੂਰੀ ਤਰ੍ਹਾਂ ਪਤਾ ਲੱਗ ਗਿਆ, ਆਪਣੀ ਮਨ ਦੀ ਕਲਪਨਾ ਬਾਰੇ ਵੀ ਪਤਾ ਲੱਗ ਗਿਆ ਕਿ ਮੈਂ ਇੱਥੇ ਬੈਠਾ ਕਿਸੇ ਵੱਡੇ ਵਿਦੇਸ਼ ਦੇ ਮਹਾਨਗਰ ਦੀ ਸੁੰਦਰਤਾ ਦੀ ਕਲਪਨਾ ਕਰ ਸਕਦਾ ਹਾਂ, ਜਾਂ ਬ੍ਰਹਿਮੰਡ ਦੇ ਵਿੱਚ ਜੋ ਕੁਝ ਵਾਪਰਿਆ ਉਹਦੀ ਕਲਪਨਾ ਕਰ ਸਕਦਾ। ਮਨ ਦੀ ਸਮਰੱਥਾ ਦਾ ਵੀ ਪਤਾ ਲੱਗ ਗਿਆ, ਚਿੱਤ ਦਾ ਵੀ ਪਤਾ ਲੱਗ ਗਿਆ ਕਿ ਮੈਨੂੰ ਕਈ ਸਾਲਾਂ ਪਹਿਲਾਂ ਜਿਹੜੀ ਚੀਜ਼ ਵਾਪਰੀ ਹੈ ਉਹ ਇੰਨ ਬਿੰਨ ਯਾਦ ਰਹਿੰਦੀ ਹੈ। ਆਪਣੇ ਆਪ ਦਾ ਵੀ ਪਤਾ ਲੱਗ ਗਿਆ ਕਿ ਮੈਂ ਬੜਾ ਸਿਆਣਾ ਹਾਂ, ਬੜਾ ਸ਼੍ਰੇਸ਼ਠ ਹਾਂ, ਬੜਾ ਅਮੀਰ ਹਾਂ, ਬੜਾ ਕੁਝ ਅਹੰ ਦੇ ਨਾਲ ਪਤਾ ਲੱਗ ਗਿਆ। ਫਿਰ ਆਪਣੇ ਸਰੀਰ ਦੀ ਸੁੰਦਰਤਾ, ਸਰੀਰ ਦਾ ਤਾਣ ਵੀ ਪਤਾ ਲੱਗ ਗਿਆ। ਆਪਣੇ ਪਦਾਰਥਾਂ ਦੇ ਕਮਾਏ ਹੋਏ ਦੀ ਜਿਹੜੀ ਬਹੁਲਤਾ ਹੈ ਉਹਦਾ ਵੀ ਪਤਾ ਲੱਗ ਗਿਆ। ਪਰ ਇਸ ਸਾਰੇ ਦੇ ਵਿੱਚ ਨਾਮ ਦੇ ਵਿੱਚ ਜਿਉਂਦਿਆਂ ਹੋਇਆਂ ਰਾਮ ਦੀ ਸੂਝ ਨਹੀਂ ਆਈ ਕਿ ਇਸ ਸਾਰੇ ਦਾ ਆਧਾਰ ਸਰੀਰ ਦੇ ਅੰਦਰ ਆਤਮ ਰੂਪ ਦੇ ਵਿੱਚ ਵਿਚਰ ਰਹੀ ਜੋਤ ਹੈ। ਇਸ ਗੱਲ ਦਾ ਕਦੀ ਅਨੁਭਵ ਨਹੀਂ ਹੋਇਆ। ਆਪਣੀ ਬੁੱਧੀ ਦਾ ਅਨੁਭਵ ਹੈ, ਚਿੱਤ ਦਾ ਅਨੁਭਵ ਹੈ ਕਿ ਮੈਂ ਬੜਾ ਕੁਝ ਕਰ ਸਕਦਾ ਹਾਂ, ਪਰ ਇਸ ਗੱਲ ਦਾ ਕਦੀ ਖਿਆਲ ਨਹੀਂ ਆਇਆ ਕਿ ਇਸ ਸਾਰੇ ਨੂੰ ਸ਼ਕਤੀ ਦੇਣ ਵਾਲੀ ਜਿਹੜੀ ਸਮਰੱਥਾ ਹੈ, ਜੋ ਆਤਮ ਜੋਤ ਹੈ, ਜੋ ਪ੍ਰਭੂ ਦਾ ਜੋਤ ਸਰੂਪ ਮੇਰੇ ਅੰਦਰ ਰਮ ਰਿਹਾ ਹੈ, ਉਹ ਪ੍ਰਮੁੱਖ ਹੈ। ਇਸ ਕਰਕੇ ਪਹਿਲੇ ਨੁਕਤੇ ਦੇ ਤਲ 'ਤੇ ਰਾਮ ਨਾਮ ਜਾਣੇ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਕੁਦਰਤੀ ਇਹਨਾਂ ਗੱਲਾਂ ਨੂੰ ਵਾਚੀਏ। ਜਦ ਸਾਡਾ ਜਨਮ ਹੋਇਆ, ਸਾਡਾ ਸਰੀਰ ਬੜਾ ਛੋਟਾ ਜਿਹਾ ਸੀ, ਅੰਗ ਪੈਰ ਵੀ ਚੰਗੀ ਤਰ੍ਹਾਂ ਵਿਕਸਿਤ ਨਹੀਂ ਸਨ, ਜੇ ਵਿਕਸਿਤ ਸਨ ਤਾਂ ਬੜੇ ਛੋਟੇ ਰੂਪ। ਇਸ ਆਕਾਰ ਨੂੰ ਪੂਰੀ ਤਰ੍ਹਾਂ ਵਿਕਸਿਤ ਕਰ ਦੇਣਾ, ਫਿਰ ਇਹਦੇ ਅੰਦਰੂਨ ਨੂੰ ਵੀ ਵਿਕਸਿਤ ਕਰ ਦੇਣਾ, ਬੁੱਧੀ ਨੂੰ, ਸਮਝਣ ਨੂੰ, ਬੋਲਣ ਨੂੰ। ਇਹ ਸਾਰਾ ਕੁਝ ਕਿਹਦੇ 'ਤੇ ਆਧਾਰਿਤ ਹੈ? ਇਹ ਆਧਾਰਿਤ ਹੈ ਪਰਮੇਸ਼ਰ ਦੀ ਜੋਤ ਸਰੂਪ 'ਤੇ, ਕਿ ਉਹ ਇਸ ਗੱਲ ਦਾ ਸਾਰਾ ਫੈਲਾਅ ਕਰਦੀ ਹੈ। ਅਤੇ ਜਦੋਂ ਮਨੁੱਖ ਇਸ ਨੂੰ ਨਹੀਂ ਜਾਣਦਾ, ਉਹ ਜੋਤ ਜਦੋਂ ਇਹਦੇ ਵਿੱਚ ਰੁਖਸਤ ਹੋ ਜਾਂਦੀ ਹੈ ਅਤੇ ਫਿਰ ਉਹ ਦੇਹ ਨੂੰ ਥੋੜ੍ਹੇ ਜਿਹੇ ਪੈਮਾਨੇ ਦੇ ਵਿੱਚ, ਥੋੜ੍ਹੇ ਜਿਹੇ ਆਕਾਰ ਦੇ ਵਿੱਚ ਸਿਮਟਣ 'ਤੇ ਵਿਵਸ਼ ਕਰ ਦਿੰਦੀ ਹੈ। ਭਾਵ ਜਦੋਂ ਬੰਦੇ ਦੇ ਅੰਦਰੋਂ ਮਾਲਕ ਦੀ ਪਰਮ ਜੋਤ ਰੁਖਸਤ ਹੋ ਜਾਵੇ, ਫਿਰ ਸਰੀਰ ਭਾਵੇਂ 10 ਫੁੱਟ ਦਾ ਹੋਵੇ ਅਤੇ ਭਾਵੇਂ ਹਜ਼ਾਰਾਂ ਮਣ ਭਾਰਾ ਹੋਵੇ, ਉਹਨੂੰ ਆਪਣੀ ਸੀਮਾ ਰਾਖ ਦੀ ਇੱਕ ਪੋਟਲੀ ਦੇ ਵਿੱਚ ਆਉਣਾ ਹੀ ਪੈਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਹਿਲਾ ਨੁਕਤਾ ਹੈ ਰਾਮ ਨਾਮ ਜਾਣਿਓ ਨਹੀਂ ਦਾ, ਕਿ ਕਦੇ ਆਪਣੇ ਜੀਵਨ ਦੇ ਵਿੱਚ ਆਤਮਾ ਦੇ ਤੇਜ ਨੂੰ, ਉਹਦੇ ਪ੍ਰਤਾਪ ਨੂੰ, ਉਹਦੇ ਬਲ ਨੂੰ, ਉਹਦੇ ਜਲਾਓ ਨੂੰ, ਉਹਦੀ ਮਹਾ ਸਮਰੱਥਾ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਗੱਲ ਦਾ ਕਦੀ ਅਨੁਭਵ ਹੀ ਨਹੀਂ ਕੀਤਾ ਕਿ ਆ ਜੋ ਅੱਖਾਂ ਦੇਖ ਰਹੀਆਂ ਨੇ, ਦੇਖਣ ਕਰਕੇ ਗਿਆਨ ਪੈਦਾ ਹੋ ਰਿਹਾ ਹੈ, ਜਿਸ ਨੂੰ ਦੇਖਦਾ ਤੁਰੰਤ ਪਛਾਣ ਹੋ ਜਾਂਦੀ ਹੈ ਮੇਰਾ ਸੰਬੰਧੀ ਹੈ, ਕੌਣ ਹੈ, ਕਿਵੇਂ ਹੈ। ਇਹ ਅੱਖਾਂ ਦੇ ਮਗਰ ਕਿਹੜੀ ਸ਼ਕਤ ਕੰਮ ਕਰ ਰਹੀ ਹੈ ਕਿ ਇਹ ਅੱਖਾਂ ਦੇਖਣ ਯੋਗ, ਨਿਰਣਾ ਕਰਨ ਦੇ ਯੋਗ ਹਨ। ਆਵਾਜ਼ ਜਿਹੜੀ ਸਰੀਰ ਵਿੱਚ ਉਤਪੰਨ ਹੋ ਰਹੀ ਹੈ, ਇਹਦਾ ਮੁੱਖ ਆਧਾਰ ਕੀ ਹੈ? ਇਹ ਕਿਸ ਗੱਲ ਤੋਂ ਉਤਪੰਨ ਹੋ ਰਹੀ ਹੈ?
ਜਿਹੜੇ ਇਸ ਗੱਲ ਨੂੰ ਨਹੀਂ ਜਾਣਦੇ, ਹੁਣ ਇਹਦੇ ਵਿੱਚ ਇੱਕ ਅਭਿਆਸ ਦਾ ਨੁਕਤਾ ਆਪਦੇ ਸਨਮੁਖ ਰੱਖਦਿਆਂ ਜੀਵਨ ਦੇ ਵਿੱਚ ਕੁਝ ਸਮਾਂ ਇਕਾਂਤ ਜ਼ਰੂਰ ਬੈਠਣਾ ਚਾਹੀਦਾ। ਜਿਨ੍ਹਾਂ ਨੇ ਰਾਮ ਨਾਮ ਜਾਣਿਓ ਦੇ ਭੇਦ ਨੂੰ ਜਾਣਨਾ, ਆਪਣੀ ਦਿਨਚਰਿਆ ਦੇ ਵਿੱਚ ਕੁਝ 10-15 ਮਿੰਟ ਐਸੇ ਪਲ ਰੱਖਣੇ ਚਾਹੀਦੇ ਨੇ ਜਦੋਂ ਬੈਠ ਕੇ ਕੇਵਲ ਇਸ ਗੱਲ ਦਾ ਚਿੰਤਨ ਕਰੋ, ਭਾਵ ਕਿ ਨੇਤਰ ਬੰਦ ਕਰਕੇ, ਕੰਨਾਂ ਦਾ ਸੁਣਨਾ ਰੋਕ ਕੇ, ਸਭ ਤਰ੍ਹਾਂ ਚੱਲਣਾ ਇੱਕ ਜਗ੍ਹਾ ਬੈਠ ਕੇ। ਆਪਣੇ ਅੰਦਰ ਜਿੱਥੋਂ ਇਹ ਸ਼ਕਤ ਉਤਪੰਨ ਹੋ ਰਹੀ ਹੈ ਉਹਦੇ ਕੇਂਦਰ ਦੀ ਖੋਜ ਕਰੋ ਕਿ ਕਿੱਥੋਂ ਪੈਦਾ ਹੋ ਰਹੀ ਹੈ। ਜਦੋਂ ਕੁਝ ਦਿਨਾਂ ਦਾ ਚਿੰਤਨ ਕਰੋਗੇ ਤਾਂ ਫਿਰ ਲੱਗੇਗਾ ਕਿ ਜਿਹੜੀ ਸਾਡੇ ਸਰੀਰ ਅੰਦਰ ਆਤਮਾ ਰੂਪ ਜਿਹੜੀ ਸਪਿਰਿਟ ਵਿਚਰ ਰਹੀ ਹੈ, ਇਹਦਾ ਆਧਾਰ ਆਕਾਸ਼ ਹੈ, ਭਾਵ ਕਿ ਪੂਰੇ ਬ੍ਰਹਿਮੰਡ ਨਾਲ ਜੁੜੀ ਹੋਈ ਹੈ। ਫਿਰ ਜਦੋਂ ਬ੍ਰਹਿਮੰਡ ਨਾਲ ਜੁੜੇ ਹੋਣ ਦਾ ਅਹਿਸਾਸ ਆਏਗਾ, ਫਿਰ ਬੰਦੇ ਨੂੰ ਆਪਣੇ ਸਰੀਰ ਦੀ ਹੰਗਤਾ ਛੁੱਟ ਜਾਵੇਗੀ। ਹੰਗਤਾ ਛੁੱਟਣ ਦਾ ਮਤਲਬ ਕਿ ਬੰਦੇ ਅੰਦਰੋਂ ਇਹ ਡਰ ਚਲਿਆ ਜਾਏਗਾ ਕਿ ਮੇਰਾ ਸਰੀਰ ਮਰਨ ਦੇ ਨਾਲ ਮੈਂ ਮਰਾਂਗਾ। ਇਹ ਡਰ ਅੰਦਰੋਂ ਚਲਿਆ ਜਾਏਗਾ, ਬੰਦਾ ਨਿਰਭੈ ਹੋ ਜਾਏ, ਕਿਉਂਕਿ ਉਹਨੂੰ ਆਪਣੀ ਵਿਸ਼ਾਲ ਹਸਤੀ ਦਾ ਬੋਧ ਹੋ ਜਾਏਗਾ। ਕਿਉਂਕਿ ਮਨ ਦੀ ਸੀਮਾ ਨੂੰ ਉਲੰਘ ਕੇ ਆਤਮਾ ਦੀ ਵਿਆਪਕਤਾ ਨੂੰ ਬੰਦਾ ਜਾਣ ਲਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਹਿਲਾ ਨੁਕਤਾ ਹੈ ਰਾਮ ਨਾਮ ਜਾਣਿਓ ਨਹੀਂ। ਆਪਣੇ ਅੰਦਰ ਦੇ ਆਤਮ ਸਰੂਪ ਨੂੰ ਕਦੀ ਬੁੱਝਿਆ ਨਹੀਂ, ਨਾਮ ਕਰਕੇ ਪਤਾ ਵੀ ਲੱਗ ਰਿਹਾ ਸੀ। ਹੁਣ ਸਰੀਰ ਦੀਆਂ ਸਾਰੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਹਾਂ ਤਾਂ ਉਸ ਨੂੰ ਸਮਝਦਿਆਂ ਹੋਇਆਂ ਉਹ ਕਿਸ ਸ਼ਕਤੀ ਦੇ ਆਧਾਰ 'ਤੇ ਚੱਲ ਰਹੀਆਂ ਹਨ। ਹੁਣ ਇੱਕ ਬਲਬ ਪ੍ਰਦੀਪਤ ਹੋ ਰਿਹਾ, ਉਹਦੇ 'ਚੋਂ ਰੌਸ਼ਨੀ ਪੈਦਾ ਹੋ ਰਹੀ ਹੈ, ਤਾਂ ਉਹਦਾ ਕਾਰਨ ਹੈ ਕਿ ਉਹਦੇ ਵਿੱਚ ਬਿਜਲੀ ਦੀ ਤਰੰਗ ਚੱਲ ਰਹੀ ਹੈ, ਤਾਂ ਕਰਕੇ ਉਹਦੇ ਵਿੱਚ ਆ ਰਹੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਹਿਲਾ ਨੁਕਤਾ ਹੈ ਰਾਮ ਨਾਮ ਜਾਣਿਓ ਨਹੀਂ, ਕਿ ਜੀਵਨ ਦੇ ਵਿੱਚ ਕਦੀ ਇਸ ਗੱਲ ਦੇ ਭਾਵ ਨੂੰ ਨਹੀਂ ਜਾਣਿਆ ਕਿ ਆਤਮ ਦਾ ਪ੍ਰਕਾਸ਼ ਮੇਰੇ ਜੀਵਨ ਨੂੰ ਜਲਾ ਰਿਹਾ ਹੈ। ਇਸ ਕਰਕੇ ਇਹ ਜ਼ਿਆਦਾ ਮਹੱਤਵਪੂਰਨ ਹੈ, ਜਿਹੜੇ ਇਸ ਗੱਲ ਨੂੰ ਨਹੀਂ ਬੁੱਝਦੇ। ਪਹਿਲਾ ਨੁਕਤਾ ਹੋ ਗਿਆ। ਦੂਜਾ ਹੈ ਰਾਮ ਨਾਮ ਜਾਣਿਓ ਨਹੀਂ ਦਾ ਭਾਵ ਕੀ ਹੈ ਕਿ ਰਾਮ ਸਿਰਜਣਹਾਰ ਦੇ ਕਰਕੇ ਸਾਰਾ ਜਗਤ ਉਤਪਤ ਹੋਇਆ ਹੈ। ਇਹ ਸ੍ਰਿਸ਼ਟ, ਇਹ ਆਕਾਸ਼, ਇਹ ਬਨਸਪਤੀ, ਇਹ ਸਭ ਕੁਝ ਇਸ ਸ੍ਰਿਸ਼ਟ ਦੇ ਵਿੱਚੋਂ ਕੁਝ ਆਪਣੇ ਯਤਨ ਦੇ ਨਾਲ ਨਿਰਮਾਣ ਕਰਕੇ ਆਪਣੇ ਵਸੀਲੇ ਵਸੀਹ ਕਰ ਲਏ, ਚਾਹੇ ਉਹ ਜਾਇਦਾਦ ਤੌਰ 'ਤੇ ਹੋਣ, ਸੰਪੱਤੀ ਤੌਰ 'ਤੇ ਹੋਣ, ਜਾਂ ਕਿਸੇ ਵੀ ਰੂਪ ਦੇ ਵਿੱਚ। ਉਹ ਇਹਦੇ ਵਿੱਚੋਂ ਨਾਮ ਰੂਪ ਕਰਕੇ ਪੈਦਾ ਹੋਏ, ਪਰ ਹੁਣ ਇਸ ਨਾਮ ਦੇ ਵਿੱਚ ਆਪਣੀ ਸੰਪੱਤੀ ਨੂੰ, ਜਾਇਦਾਦ ਨੂੰ, ਹੋਰ ਸਾਰੇ ਕੁਝ ਨੂੰ ਹੰਡਾਉਂਦਿਆਂ ਜਿਸ ਸਿਰਜਣਹਾਰ ਦੀ ਸ੍ਰਿਸ਼ਟੀ ਵਿੱਚੋਂ ਇਹ ਯਤਨ ਕਰਕੇ ਪੈਦਾ ਕੀਤੇ ਹਨ, ਉਹਦਾ ਜਰਾ ਵੀ ਖਿਆਲ ਨਹੀਂ ਹੈ। ਉਦਾਹਰਨ ਦੇ ਤੌਰ 'ਤੇ ਮਨੁੱਖ ਕਿੰਨੀਆਂ ਧਾਤਾਂ ਪ੍ਰਾਪਤ ਕਰਦਾ ਹੈ। ਇਹ ਧਾਤਾਂ ਮਨੁੱਖ ਨੇ ਪਹਿਲਾਂ ਧਰਤੀ 'ਚ ਇਨਵੈਸਟ ਥੋੜ੍ਹਾ ਕੀਤੀਆਂ ਨੇ। ਕੋਲੇ ਤੋਂ ਲੈ ਕੇ ਹੀਰੇ ਤੱਕ ਦੀਆਂ ਅਮੋਲਕ ਧਾਤਾਂ ਨੇ। ਕਦੀ ਮਨੁੱਖ ਨੇ ਪਹਿਲਾਂ ਇੰਜ ਕੀਤਾ ਕਿ ਕਈ 100 ਅਰਬ ਮਣ ਇਹ ਧਾਤਾਂ ਪਹਿਲਾਂ ਧਰਤੀ 'ਚ ਦੱਬ ਦਿੱਤੀਆਂ, ਹੁਣ ਤੇ ਫਿਰ ਅੱਜ ਕੱਢ ਰਿਹਾ ਹੈ। ਇਹ ਤਾਂ ਕਦੀ ਨਹੀਂ ਮਨੁੱਖ ਨੇ ਇੰਜ ਕੀਤਾ, ਇਹ ਤਾਂ ਸਿਰਜਣਹਾਰ ਨੇ ਕੀਤਾ। ਉਹਨੇ ਆਪਣੀ ਸ੍ਰਿਸ਼ਟੀ ਅੰਦਰ ਮਨੁੱਖ ਦੇ ਜੀਵਨ ਨੂੰ ਸੁਹਾਵਣਾ, ਸੁੰਦਰ, ਆਰਾਮਦਾਇਕ ਅਤੇ ਰਸ ਭਰਪੂਰ ਬਣਾਉਣ ਦੇ ਲਈ ਆਪਣੀਆਂ ਸਾਰੀਆਂ ਨਿਆਮਤਾਂ ਸਮਾ ਕੇ ਰੱਖੀਆਂ ਨੇ, ਜਲ ਤੋਂ ਲੈ ਕੇ ਹਵਾ ਤੱਕ। ਇਹਨਾਂ ਨਿਆਮਤਾਂ ਨੂੰ, ਇਹਨਾਂ ਰਹਿਮਤਾਂ ਨੂੰ ਮਾਣ ਕੇ ਮਨੁੱਖ ਆਪਣੇ ਵਸੀਲੇ ਬਣਾ ਲੈਂਦਾ ਹੈ ਅਤੇ ਫਿਰ ਉਹਨਾਂ ਵਸੀਲਿਆਂ ਦੇ ਵਿੱਚ ਪ੍ਰਭੂ ਦੀ ਕਿਰਪਾ ਦੀ ਵਿਦਮਾਨਤਾ ਨੂੰ ਗਾਇਬ ਕਰ ਦਿੰਦਾ ਹੈ ਅਤੇ ਕਹਿੰਦਾ ਮੇਰੀ ਹੈ। ਇਸ ਕਰਕੇ ਰਾਮ ਨਾਮ ਜਾਣਿਓ ਨਹੀਂ, ਜੀਵਨ 'ਚ ਜਾਣਦਾ ਨਹੀਂ ਕਿ ਇਸ ਸ੍ਰਿਸ਼ਟੀ ਦੇ ਵਿੱਚ ਮੈਂ ਤਾਂ ਯਤਨ ਕੀਤਾ ਹੈ। ਭਾਵ ਕਿ ਜੇ ਮੈਂ ਬੀਜ ਬੀਜਿਆ, ਬੀਜ ਵੀ ਪਹਿਲਾਂ ਮੌਜੂਦ ਸੀ। ਜੇ ਪਾਣੀ ਲਗਾਇਆ, ਪਾਣੀ ਵੀ ਪਹਿਲਾਂ ਮੌਜੂਦ ਸੀ, ਸ੍ਰਿਸ਼ਟੀ ਵੀ ਪਹਿਲਾਂ ਮੌਜੂਦ ਸੀ। ਮੈਂ ਤਾਂ ਕੇਵਲ ਚੀਜ਼ਾਂ ਨੂੰ ਅੱਗੇ ਪਿੱਛੇ ਕੀਤਾ ਕਿ ਬੀਜ ਨੂੰ ਬੋਹ ਦਿੱਤਾ, ਬੀਜ ਕਈ ਗੁਣਾ ਹੋ ਗਿਆ। ਪਰ ਜਦੋਂ ਇਸ ਤੋਂ ਬਾਅਦ ਜਦੋਂ ਵੱਡਾ ਵਸੀਲਾ ਹੋ ਗਿਆ, ਉਹਨੂੰ ਆਪਣਾ ਜਾਣਨ ਲੱਗ ਪਏ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਸਰਾ ਨੁਕਤਾ ਰਾਮ ਨਾਮ ਜਾਣਿਓ ਨਹੀਂ। ਤੀਸਰਾ ਨੁਕਤਾ ਹੈ, ਮਨੁੱਖ ਦਾ ਕਿਹਾ ਜਾਂਦਾ ਕਿ ਸਮਾਜਿਕ ਪ੍ਰਾਣੀ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਕਿਹਾ ਜਾਂਦਾ। ਹੁਣ ਇਹਦੇ ਸਮਾਜਿਕ ਪ੍ਰਾਣੀ ਹੋਣ ਦੀ ਪਰਿਭਾਸ਼ਾ ਹੈ ਕਿ ਆਪਣੇ ਜੀਵਨ ਨੂੰ ਕਿਸੇ ਸੰਗ ਵਿੱਚ ਚੰਗਾ ਮਹਿਸੂਸ ਕਰਦਾ ਹੈ। ਉਦਾਹਰਨ ਦੇ ਤੌਰ 'ਤੇ ਬਚਪਨ ਦੇ ਜਦੋਂ ਇਹਦੀ ਬੁੱਧੀ ਵਿਕਸਿਤ ਨਹੀਂ ਸੀ, ਇਹਦੇ ਭਾਵ ਬੜੇ ਨਿਰਮਲ ਸਨ, ਤਾਂ ਇਹਨੂੰ ਪ੍ਰਤਪਾਲਣਾ ਦੇ ਨੁਕਤੇ ਤੋਂ ਮਾਤਾ ਪਿਤਾ ਦੇ ਸੰਬੰਧ ਦੀ ਲੋੜ ਉਪਜੀ। ਉਹ ਅਕਾਲ ਪੁਰਖ ਨੇ ਪਹਿਲਾਂ ਹੀ ਉਪਲਬਧ ਕਰਵਾਏ। ਸਮਾਂ ਪਾ ਕੇ ਜਦੋਂ ਦੇਖਿਆ ਕਿ ਮਾਤਾ ਪਿਤਾ ਹਰ ਵੇਲੇ ਨੇੜੇ ਨਹੀਂ ਰਹਿ ਸਕਦੇ, ਭੈਣ ਭਰਾ ਦਾ ਸਾਥ ਮਹਿਸੂਸ ਹੋਇਆ, ਉਹਦਾ ਸੰਬੰਧ ਮਿਲਿਆ। ਸਮਾਂ ਪਾ ਕੇ ਜਦੋਂ ਮਨ ਦੇ ਅੰਦਰ ਜੀਵਨ ਦਾ ਹੋਰ ਸਾਰਾ ਜੀਵਨ ਵਿਕਸਿਤ ਹੋਇਆ,
ਪਤਨੀ ਦੇ ਰੂਪ ਵਿੱਚ, ਔਲਾਦ ਦੇ ਰੂਪ ਵਿੱਚ, ਦੋਸਤਾਂ ਸੰਬੰਧੀਆਂ ਦੇ ਰੂਪ ਵਿੱਚ। ਇਹਨੂੰ ਅਨੇਕਾਂ ਸੰਬੰਧਾਂ ਦੇ ਆਧਾਰ ਮਿਲੇ ਤਾਂ ਕਿ ਤੇਰਾ ਜੀਵਨ ਸੁਹਾਵਣਾ ਰਹੇ। ਤੇਰੇ ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਦੋ ਗੱਲਾਂ ਨੇ। ਆਪਣੇ ਜੀਵਨ ਦਾ ਦੁੱਖ ਹੈ, ਬੰਦਾ ਸਭ ਤੋਂ ਪਹਿਲਾਂ ਤਰਜੀਹ ਦਿੰਦਾ ਹੈ ਆਪਣੀ ਮਾਤਾ ਪਿਤਾ ਦੇ ਨਾਲ ਸਾਂਝਾ ਕਰਨ। ਦਿਲ ਦਾ ਕੋਈ ਗੁੱਝਾ ਭੇਦ ਹੈ, ਪਤਾ ਨਹੀਂ ਕਿਸੇ ਨਾਲ ਸਾਂਝਾ ਕਰ ਸਕਦਾ, ਕਿਸੇ ਦੋਸਤ ਦੀ ਤਲਾਸ਼ ਕਰਦਾ ਹੈ। ਆਪਣੇ ਜੀਵਨ ਦੇ ਦੁੱਖ ਸੁੱਖ ਦੇ ਵਿੱਚ ਇੱਕ ਪੱਕਾ ਹਮਸਫਰ ਚਾਹੀਦਾ ਹੈ, ਪਤਨੀ ਦੇ ਸਬੰਧਾਂ ਨੂੰ ਤਰਜੀਹ ਦਿੰਦਾ ਹੈ। ਆਪਣੇ ਜੀਵਨ ਦੁਆਰਾ ਕਿਸੇ ਦੂਜੇ ਨੂੰ ਸਵਾਰਨ ਦੀ ਚੇਸ਼ਟਾ ਹੈ ਮਨ ਦੇ ਵਿੱਚ, ਮੋਹ ਦੁਆਰਾ ਔਲਾਦ ਪੈਦਾ ਕਰਕੇ ਉਹਦੇ ਸੰਬੰਧ ਨੂੰ ਅੱਗੇ ਪਾਲਦਾ ਹੈ। ਪਰ ਇਹਨਾਂ ਸਾਰੇ ਆਧਾਰਾਂ ਦੇ ਵਿੱਚ ਵਿਚਰਦਿਆਂ ਇਹ ਇਸ ਗੱਲ ਤੋਂ ਅਣਜਾਣ ਰਹਿੰਦਾ ਹੈ ਕਿ ਨਾਮ ਰੂਪ ਕਰਕੇ ਸੰਬੰਧਾਂ ਦੀ ਪ੍ਰਤੀਤ ਹੋ ਰਹੀ ਹੈ ਕਿ ਮਾਤਾ ਹੈ, ਪਿਤਾ ਹੈ, ਭੈਣ ਭਰਾ ਹਨ। ਪਰ ਇਹਨਾਂ ਆਧਾਰਾਂ ਦੇ ਵਿੱਚ ਜਿਉਂਦਿਆਂ ਹੋਇਆਂ ਸਿਰਜਣਹਾਰ ਸਾਨੂੰ ਕਿਵੇਂ ਪ੍ਰਤਪਾਲ ਰਿਹਾ ਹੈ, ਇਸ ਗੱਲ ਦਾ ਅਹਿਸਾਸ ਬੰਦੇ ਦੇ ਅੰਦਰ ਨਹੀਂ ਉਪਜਦਾ। ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਸ ਅਕਾਲ ਪੁਰਖ ਨੇ ਮੇਰੀ ਰਚਨਾ ਨੂੰ ਸਾਜਿਆ, ਉਸੇ ਹੀ ਅਕਾਲ ਪੁਰਖ ਪਰਮ ਸੱਤਾ ਨੇ ਮੇਰੀ ਮਾਤਾ ਨੂੰ ਵੀ ਸਾਜਿਆ ਹੈ। ਅਤੇ ਮਾਤਾ ਦੇ ਅੰਦਰ ਉਹ ਸੁਭਾਅ ਪਾਇਆ ਜਿਹਦੇ ਦੁਆਰਾ ਉਹ ਆਪਣੀ ਮਮਤਾ, ਆਪਣਾ ਤਿਆਗ ਸਮਰਪਣ ਕਰ ਸਕੇ। ਅਤੇ ਉਸ ਤਿਆਗ ਸਮਰਪਣ ਦਾ ਪਾਤਰ ਔਲਾਦ ਦੇ ਰੂਪ ਵਿੱਚ ਮੈਨੂੰ ਬਣਾ ਦਿੱਤਾ ਅਤੇ ਇੱਕ ਚੰਗੇ ਕਿਸਮ ਦਾ ਸੰਬੰਧ ਜੋੜ ਦਿੱਤਾ। ਪਰ ਇਹ ਸੰਬੰਧ ਮਾਤਾ ਪੁੱਤਰ ਦਾ, ਪਿਤਾ ਪੁੱਤਰ ਦਾ, ਭੈਣ ਭਰਾ ਦਾ, ਇਹ ਨਿਰੰਕਾਰ ਨੇ ਉਪਜਾਏ ਹਨ। ਇਸ ਕਰਕੇ ਬਾਣੀ ਵਿੱਚ ਵਾਕ ਆਉਂਦੇ ਹਨ, ਸਤਿਗੁਰੂ ਸਾਹਿਬ ਜੀ ਦੇ ਕਿਰਪਾ ਬਾਣੀ ਦੇ ਵਿੱਚ ਵਾਕ ਆਉਂਦੇ ਹਨ ਕਿ ਮਾਈ ਬਾਪ ਪੁੱਤਰ ਸਭ ਹਰ ਕੇ ਦੀ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਕਿ ਇਹ ਮਾਲਕ ਨੇ ਬਣਾਏ ਨੇ, ਪਰ ਇਹਦੇ ਵਿੱਚੋਂ ਉਹਦੇ ਵਿਆਪਕ ਹੋਣ ਦੀ ਪਛਾਣ ਕਰਨੀ ਜ਼ਰੂਰੀ ਹੈ। ਹੁਣ ਅਸੀਂ ਅਕਸਰ ਲੱਭਦੇ ਰਹਿੰਦੇ ਕਿ ਰੱਬ ਸਾਨੂੰ ਕਿਵੇਂ ਪਾਲਦਾ ਹੈ। ਇਸ ਗੱਲ ਦੇ ਲਈ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੱਭਦੇ ਰਹਿੰਦੇ ਕਿ ਸਾਨੂੰ ਕਿਵੇਂ ਪਾਲਿਆ। ਹੁਣ ਉਦਾਹਰਨ ਦੇ ਤੌਰ 'ਤੇ ਜਦੋਂ ਕਿਸੇ ਮਾਤਾ ਦੇ ਘਰੇ ਸਾਡਾ ਜਨਮ ਹੋਇਆ ਅਤੇ ਮਾਤਾ ਨੂੰ ਸਿਲੇਬਸ ਥੋੜ੍ਹਾ ਪੜ੍ਹਾਇਆ ਗਿਆ ਕਿ ਤੇਰਾ ਬੱਚਾ, ਇਹਨੂੰ ਇੰਝ ਇੰਝ ਪਾਲਣੇ ਦੀਆਂ ਲੋੜਾਂ ਦਾ ਖਿਆਲ ਰੱਖਣਾ ਹੈ। ਮਾਲਕ ਨੇ ਉਹਨੂੰ ਕਿੰਨਾ ਨੇੜਿਓਂ ਪਾਲਿਆ ਕਿ ਉਹਦੇ ਸਰੀਰ ਵਿੱਚੋਂ ਨਿਰਮਿਤ ਕਰ ਦਿੱਤਾ ਤਾਂ ਕਿ ਆਜੀਵਨ ਪਰ ਬੱਚੇ ਦਾ ਦਰਦ ਮਾਂ ਨੂੰ ਆਪਣੀ ਅੰਦਰ ਦੇ ਅੰਦਰ ਮਹਿਸੂਸ ਹੁੰਦਾ ਰਹੇ ਅਤੇ ਉਹਦੀ ਪ੍ਰਤਪਾਲਣਾ ਬੜੇ ਸੁਚੱਜੇ ਢੰਗ ਦੇ ਨਾਲ, ਬੜੇ ਕੋਮਲ ਢੰਗ ਦੇ ਨਾਲ ਕਰਦੀ ਰਹੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਤਾਂ ਕਿਹਾ ਨਾ ਕਿ ਉਹਨੇ ਨੇੜੇ ਤੋਂ ਨੇੜੇ ਹੋ ਕੇ ਤੈਨੂੰ ਆਪਣਾ ਅਹਿਸਾਸ ਕਰਾਇਆ ਹੈ। ਕਦੇ ਮਾਤਾ ਤਾਂ ਕਰਕੇ ਇਸ 52 ਅੱਖਰੀ ਦੇ ਵਿੱਚ ਵਾਕ ਆਉਂਦੇ ਨੇ, ਕਿੱਡਾ ਵੱਡਾ ਗੁਰੂ ਦਾ ਸਰੂਪ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ੁਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ। ਉਹ ਕਿੰਨਾ ਗੁਰੂ ਸਾਹਿਬ ਜੀ ਨੇ ਵਿਸਥਾਰਤ ਜ਼ਿਕਰ ਕੀਤਾ ਹੈ। ਇਸ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਕਾ ਭਗਤ ਕਬੀਰ ਸਾਹਿਬ ਜੀ ਕਹਿੰਦੇ, ਤੀਜਾ ਨੁਕਤਾ ਰਾਮ ਨਾਮ ਜਾਣਿਓ ਨਹੀਂ ਦਾ। ਜਦੋਂ ਜੀਵਨ ਦੇ ਸਾਰੇ ਸੰਬੰਧਾਂ ਦੇ ਆਧਾਰ ਵਿੱਚ ਰਹਿ ਕੇ ਪ੍ਰਭੂ ਦੇ ਕਿਰਪਾਲਕ ਰੂਪ ਦੇ ਅਨੇਕਾਂ ਪੱਖਾਂ ਨੂੰ ਮਾਣ ਕੇ ਵੀ ਮਨੁੱਖ ਨੂੰ ਅਕਾਲ ਪੁਰਖ ਦੀ ਪਰਮ ਹਸਤੀ ਦਾ ਖਿਆਲ ਨਹੀਂ ਆਉਂਦਾ ਤਾਂ ਇਹਦਾ ਤੀਜੇ ਪੱਧਰ ਦਾ ਜੀਵਨ ਹੈ ਰਾਮ ਨਾਮ ਜਾਣਿਓ ਨਹੀਂ। ਇਹ ਤੀਜਾ ਨੁਕਤਾ। ਚੌਥਾ ਨੁਕਤਾ ਆਪਦੇ ਸਨਮੁਖ ਅਰਜ ਕਰਨਾ। ਰਾਮ ਨਾਮ ਜਾਣਿਓ ਨਹੀਂ ਦਾ ਚੌਥਾ ਨੁਕਤਾ ਹੈ, ਮਨੁੱਖ ਜਦੋਂ ਮਾਇਆਗ੍ਰਸਤ ਹੁੰਦਾ ਹੈ, ਮਾਇਆਗ੍ਰਸਤ ਹੋ ਕੇ ਵਿਕਾਰਾਂ ਦੇ ਭਾਵ ਪੈਦਾ ਹੁੰਦੇ ਨੇ, ਜੀਵਨ ਦੇ ਵਿੱਚ ਬੜੇ ਰਸਾਂ ਦੇ ਨਾਲ ਆਪਣਾ ਨਾਤਾ ਜੋੜਦਾ ਹੈ। ਉਹਨਾਂ ਰਸਾਂ ਕਰਕੇ ਫਿਰ ਜੀਵਨ ਕਈ ਵਾਰੀ ਬੜਾ ਚਿੰਤਾਗ੍ਰਸਤ ਹੋ ਜਾਂਦਾ ਹੈ। ਜੀਵਨ ਦੇ ਵਿੱਚ ਕਾਮ ਦੀ, ਕ੍ਰੋਧ ਦੀ, ਅਹੰਕਾਰ ਦੀ ਮੈਲ ਭਰੇ ਕਰਮ ਕੀਤੇ ਨੇ, ਅੰਤਮ ਸਮੇਂ ਚਿੱਤ ਦੇ ਉੱਪਰ ਬੜਾ ਭਾਰ ਹੈ। ਹੁਣ ਦੁਖਤ ਹੁੰਦਾ ਹੈ, ਮਾਨਸਿਕ ਚਿੰਤਾ ਨੇ ਘੇਰਿਆ ਹੋਇਆ ਹੈ ਆਪਣੇ ਕੀਤੇ ਹੋਏ ਪੁਰਾਣੇ ਕਰਮਾਂ ਕਰਕੇ। ਤਾਂ ਜੀਵਨ ਦੇ ਵਿੱਚ ਫਿਰ ਪ੍ਰਭੂ ਨੂੰ ਦੋਸ਼ ਦਿੰਦਾ ਹੈ ਕਿ ਉਸ ਸਿਰਜਣਹਾਰ ਨੇ ਮਾਇਆ ਰਚੀ, ਮੈਂ ਉਹਦੇ ਵਿੱਚ ਭਰਮ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਣਿਓ ਨਹੀਂ। ਇਸ ਗੱਲ ਦੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅੱਖਾਂ ਦੀ ਸ਼ਕਤੀ ਦਾ ਪ੍ਰਯੋਗ ਪ੍ਰਭੂ ਦੇ ਜੋਤ ਸਰੂਪ ਨੂੰ ਪਛਾਣਨ ਲਈ ਮਿਲਿਆ ਸੀ, ਨਾ ਕਿ ਆਪਣੇ ਵਿਕਾਰੀ ਰਸ ਦੇ ਲਈ ਤਰ੍ਹਾਂ ਤਰ੍ਹਾਂ ਦੇ ਰੂਪਾਂ ਦੀ ਜਿਹੜੀ ਭਾਵਨਾ ਨੂੰ ਮਲੀਨ ਭਾਵਨਾ ਨਾਲ ਦੇਖ ਕੇ ਤ੍ਰਿਪਤ ਕਰਨ ਦਾ। ਇਸ ਕਰਕੇ ਆਪਣੇ ਗਿਆਨ ਇੰਦਰੇ, ਕਰਮ ਇੰਦਰੀਆਂ ਨੂੰ ਆਪ ਮਲੀਨ ਕੀਤਾ ਸਿਰਜਣਹਾਰ ਨੇ ਨਹੀਂ, ਕਿਉਂਕਿ ਜਾਣਿਆ ਨਹੀਂ ਕਿ ਨੇਤਰਾਂ, ਅੱਖਾਂ, ਕੰਨਾਂ ਦਾ ਪ੍ਰਯੋਜਨ ਕੀ ਹੈ ਦੇਖਣ ਦਾ।
ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਇੰਜ ਨਹੀਂ ਜਾਣਦਾ ਰਾਮ ਨਾਮ ਜਾਣਿਓ ਨਹੀਂ। ਜਦ ਇਹਨਾਂ ਸਾਰੇ ਨੁਕਤੇ ਮਨੁੱਖ ਦੇ ਅਹਿਸਾਸ ਵਿੱਚ ਨਹੀਂ ਰਹਿੰਦੇ, ਫਿਰ ਕੀ ਕਰਦਾ ਹੈ? ਪਾਲਿਓ ਕਟਕ ਕੁਟੰਬ। ਹੁਣ ਜੇ ਪਤਾ ਹੋਵੇ, ਪਹਿਲਾ ਨੁਕਤਾ ਜਿਹੜਾ ਅਰਜ ਕੀਤਾ, ਜੇ ਬੰਦੇ ਨੂੰ ਪਤਾ ਹੋਵੇ ਕਿ ਆਤਮ ਜੋਤ ਅਸਲ ਹੈ, ਫਿਰ ਉਹ ਸਰੀਰ ਦੀ ਆਰਜਾ ਵਧਾਉਣ ਨੂੰ ਤਰਜੀਹ ਨਾ ਦੇਵੇ। ਉਹਨੂੰ ਪਤਾ ਹੈ ਕਿ ਆਤਮ ਜਦੋਂ ਰੁਖਸਤ ਹੋਈ, ਉਦੋਂ ਸਰੀਰ ਮਿੱਟੀ ਜ਼ਰੂਰ ਹੋਏਗਾ, ਇਹਦੀ ਕੋਈ ਬਾਤ ਨਹੀਂ ਪੁੱਛੀ ਜਾਏਗੀ। ਫਿਰ ਬੰਦਾ ਸਰੀਰ ਦੀ ਆਰਜਾ ਨੂੰ ਯਤਨ ਕਰੇ ਹੀ ਨਾ ਜੀਵਨ ਦੇ ਵਿੱਚ। ਉਂਝ ਠੀਕ ਹੈ ਕਿ ਇਹਦੀ ਸੰਭਾਲ ਜ਼ਰੂਰੀ ਹੈ, ਪਰ ਇਸ ਤਰ੍ਹਾਂ ਦੇ ਭਰਮ ਵਿੱਚ ਨਾ ਰਹੇ ਕਿ ਆਜੂ ਵੱਧ ਜਾਵੇ ਜਾਂ ਬੜੀ ਲੰਮੀ ਆਜੂ ਮਿਲ ਜਾਵੇ। ਸਰੀਰਕ ਤੌਰ 'ਤੇ ਜੀਵਨ ਨੂੰ ਆਰਾਮਦਾਇਕ ਢੰਗ ਨਾਲ ਜਿਉਣਾ ਹੈ, ਇਹਦੇ ਰੋਗਾਂ ਦਾ ਨਿਵਾਰਨ ਜ਼ਰੂਰੀ ਹੈ, ਪਰ ਇਸ ਭਰਮ ਦੇ ਵਿੱਚ ਨਹੀਂ ਰਹਿਣਾ ਕਿ ਸਦੀਵ ਹੀ ਰਹੇਗਾ। ਇਸ ਭਰਮ ਤੋਂ, ਇਸ ਭਰਮ ਦੀ ਜਿਹੜੀ ਬਣੀ ਹੋਈ ਗਹਿਰੀ ਵਲਗਣ ਹੈ, ਉਹਦੇ ਤੋਂ ਬੰਦਾ ਛੁੱਟ ਜਾਂਦਾ ਜੇ ਉਹ ਰਾਮ ਨਾਮ ਜਾਣਿਓ ਦੇ ਅਭਿਆਸ ਵਿੱਚ ਹੋਵੇ। ਜੇ ਨਾ ਹੋਵੇ, ਫਿਰ ਪਾਲਿਓ ਕਟਕ ਕੁਟੰਬ। ਫਿਰ ਇਕੱਲਾ ਦੇਹ ਨੂੰ ਆਰਜਾ ਦੇ ਨੁਕਤੇ ਤੋਂ ਨਹੀਂ ਪਾਲਦਾ, ਫਿਰ ਉਹਨੂੰ ਦੇਹ ਦੇ ਨਿਮਨ ਰਸਾਂ ਦੇ ਤੌਰ 'ਤੇ ਵੀ ਬੰਦਾ ਪਾਲਦਾ ਹੈ। ਜੀਵਨ ਦੇ ਵਿੱਚ ਸਰੀਰ ਦੀਆਂ ਲੋੜਾਂ ਹੋਰ ਚੀਜ਼ ਨੇ, ਪਰ ਜੀਵਨ ਦੇ ਜ਼ੁਬਾਨ ਕਰਕੇ ਜਾਂ ਹੋਰਾਂ ਕਰਕੇ ਵਿਗੜੇ ਹੋਏ ਰਸ ਹੋਰ ਚੀਜ਼ ਨੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਵਾਕ ਕਹੇ ਹਨ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਅੱਖਾਂ ਦਾ ਆਪਣਾ ਰਸ ਹੈ, ਕੰਨਾਂ ਦਾ ਆਪਣਾ ਰਸ ਹੈ, ਚਮੜੀ ਦੀ ਛੋਹ ਦਾ ਆਪਣਾ ਰਸ ਹੈ। ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਨਾਮ ਕੈ ਘਟ ਨਾਮ ਨਿਵਾਸ, ਕਿ ਹਰੇਕ ਚੀਜ਼ ਨੂੰ ਤਾਂ ਦੁਨਿਆਵੀ ਰਸ 'ਚ ਪਾ ਦਿੱਤਾ, ਅੱਖਾਂ ਨੂੰ ਵੀ, ਨੱਕ ਕੰਨ ਨੂੰ ਵੀ, ਜ਼ੁਬਾਨ ਤੱਕ ਨੂੰ ਵੀ, ਹਿਰਦੇ ਨੂੰ ਵੀ। ਫਿਰ ਕਿਹੜੀ ਤੇਰੇ ਅੰਦਰ ਦੀ ਥਾਂ ਹੈ ਜਿੱਥੇ ਤੂੰ ਪਰਮੇਸ਼ਰ ਦੀ ਨਿਰਮਲ ਯਾਦ ਨੂੰ, ਉਹਦੇ ਚਿੰਤਨ ਨੂੰ, ਉਹਦੇ ਜਪ ਆਧਾਰ ਨੂੰ ਵਸਾ ਸਕੇ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਾਲਿਓ ਕਟਕ ਕੁਟੰਬ। ਜਦੋਂ ਰਾਮ ਨਾਮ ਨਹੀਂ ਜਾਣਦਾ, ਕਟਕ ਕੁਟੰਬ ਦਾ ਦੂਜਾ ਭਾਵ ਇਹ ਨਹੀਂ ਜਾਣਿਆ ਕਿ ਸੰਬੰਧਾਂ ਦਾ ਆਧਾਰ ਮੇਰੇ ਜੀਵਨ ਦੇ ਕਰਕੇ ਮਿਲਿਆ ਸੁਹਾਵਣੇ ਲਈ, ਉਹਨਾਂ ਦਾ ਮਤਾਹਤ ਹੋ ਗਿਆ। ਔਰ ਇੱਥੋਂ ਤੱਕ ਮਤਾਹਤ ਹੋ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਤਰਗਤ ਵਾਕ ਕਹੇ ਹਨ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਠੀਕ ਹੈ, ਪਰਿਵਾਰ ਦੀ ਪ੍ਰਤਿਪਾਲਣਾ ਕਰਨੀ ਅਕਾਲ ਪੁਰਖ ਨੇ ਇੱਕ ਗ੍ਰਸਤ ਦੇ ਰੂਪ ਵਿੱਚ, ਮਾਤਾ ਪਿਤਾ ਦੇ ਰੂਪ ਵਿੱਚ ਜ਼ਿੰਮੇਵਾਰੀ ਲਾਈ ਹੈ, ਪਰ ਕਿਤੇ ਇਹ ਨਾ ਹੋਵੇ ਕਿ ਇਹਨਾਂ ਦੇ ਮੋਹ ਦੇ ਸੀਮਤ ਭਾਵ ਦੇ ਵਿੱਚ ਵਿਚਰਦਿਆਂ ਬੰਦਾ ਆਪਣੇ ਜੀਵਨ ਦੀ ਸੱਚ ਅਸਲੀਅਤ ਨੂੰ ਭੁੱਲ ਜਾਏ। ਕਦੇ ਜੀਵਨ 'ਚ ਖਿਆਲ ਕਰਨਾ ਕਿ ਆਪਣੇ ਪਰਿਵਾਰ ਕਰਕੇ ਕਿੰਨੇ ਪਾਪ ਕੀਤੇ ਹਨ। ਠੀਕ ਹੈ, ਕੁਝ ਆਪਣੇ ਕਰਕੇ ਬੰਦਾ ਕਰਦਾ ਜਦੋਂ ਬੰਦਾ ਖੁਦ ਵਿਕਾਰਾਂ ਵਿੱਚ ਗ੍ਰਸਤ ਹੋਵੇ, ਪਰ ਜੀਵਨ ਦੇ ਵਿੱਚ ਬੜੇ ਪਾਪ ਜਿਹੜੇ ਹਨ ਉਹ ਬੰਦਾ ਪਰਿਵਾਰ ਕਰਕੇ ਵੀ ਕਰਦਾ ਹੈ। ਇਹਦਾ ਮਤਲਬ ਹੈ ਉਹਨੂੰ ਪਰਿਵਾਰ ਦੇ ਅੰਦਰਲੇ ਸੱਤ ਸਰੂਪ ਦੀ ਪਛਾਣ ਨਹੀਂ ਹੈ, ਅਤੇ ਉਹਨਾਂ ਇਸ ਕਰਕੇ ਬੰਦਾ, ਪਰਿਵਾਰ ਵੀ ਬੰਦੇ ਨੂੰ ਠੱਗਦਾ ਹੈ। ਠੱਗਦਾ ਕਿਵੇਂ ਹੈ? ਹੁਣ ਇਸਤਰੀ ਹੈ, ਉਹਦੀਆਂ ਲੋੜਾਂ ਪੂਰੀਆਂ ਕਰਨੀਆਂ ਪੁਰਸ਼ ਦਾ ਕੰਮ ਹੈ, ਪਰ ਜੇ ਇਸਤਰੀ ਦੇ ਮਨ ਵਿੱਚ ਤ੍ਰਿਸ਼ਨਾ ਭਾਰੂ ਹੈ ਸਭ ਤਰ੍ਹਾਂ ਦੀ, ਅਤੇ ਬੰਦੇ ਦੀ ਜਿਹੜੀ ਕਿਰਤ ਵਾਲੀ ਐਨਰਜੀ ਹੈ ਉਹ ਇਸਤਰੀ ਦੇ ਤ੍ਰਿਸ਼ਨਾ ਰੂਪ ਦੇ ਲਈ ਭੁਗਤ ਜਾਵੇ, ਤਾਂ ਬੰਦਾ ਪਰਿਵਾਰ ਹੱਥੋਂ ਠੱਗਿਆ ਗਿਆ ਕਿ ਨਾ ਠੱਗਿਆ ਗਿਆ? ਉਂਝ ਆਪਣੇ ਜੀਵਨ 'ਚ ਕੰਟਰੋਲ ਬਣਾ ਲਿਆ ਕਿ ਮੈਨੂੰ ਤ੍ਰਿਸ਼ਨਾ ਨਹੀਂ ਠੱਗੇਗੀ ਕਿਸੇ ਵੀ, ਨਾ ਕਾਮ ਦੇ ਨੁਕਤੇ ਤੋਂ, ਨਾ ਕ੍ਰੋਧ ਦੇ ਨੁਕਤੇ ਤੋਂ, ਨਾ ਲੋਭ ਦੇ ਨੁਕਤੇ ਤੋਂ। ਪਰ ਜਦੋਂ ਪਰਿਵਾਰਕ ਸੰਬੰਧ ਵਿੱਚ ਪਿਆ, ਉਦੋਂ ਇਸਤਰੀ ਨੇ ਜਾਂ ਮਾਂ-ਬਾਪ ਨੇ ਜਾਂ ਹੋਰ ਸਾਰਿਆਂ ਨੇ ਠੱਗਿਆ, ਆਪਣੇ ਆਪ ਨੂੰ ਮੁਕਤ ਕਰ ਲਿਆ, ਪਰ ਪਰਿਵਾਰ ਵਿੱਚ ਆਉਣ ਕਰਕੇ ਇਹਦੇ ਹੱਥੋਂ ਠੱਗਿਆ ਗਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਾਲਿਓ ਕਟਕ ਕੁਟੰਬ। ਕਹਿੰਦੇ ਕੋਈ ਇੱਕ ਘਟਨਾ ਆਪਦੇ ਸਨਮੁਖ ਰੱਖਦੇ ਹਾਂ। ਕੋਈ ਮਨੁੱਖ ਬੜਾ ਚੰਗਾ ਕਿਰਤੀ ਸੀ, ਸਾਰੀ ਜ਼ਿੰਦਗੀ ਆਪਣੀ ਕਿਰਤ ਦੇ ਸਿਧਾਂਤ ਨੂੰ ਪ੍ਰਣਾਇਆ ਰਿਹਾ। ਨਗਰ ਦੇ ਵਿੱਚ ਉਹਦਾ ਬੜਾ ਸਤਿਕਾਰ ਸੀ, ਲੋਕ ਕਹਿਣ ਇਹ ਬੜੀ ਚੰਗੀ ਕਿਰਤ ਕਰਦਾ, ਇਹਦੀ ਕਿਰਤ ਵਿੱਚ ਕੋਈ ਖੋਟ ਨਹੀਂ ਹੈ, ਦਿਲੋਂ ਕੰਮ ਕਰਦਾ ਹੈ। ਬੜਾ ਸਤਿਕਾਰ ਸੀ ਇਸ ਗੱਲ ਨੂੰ ਲੈ ਕੇ। ਕਿਸੇ ਸਮੇਂ ਉਹ ਚੋਰੀ ਕਰਦਾ ਪਕੜਿਆ ਗਿਆ ਕਿਰਤ ਦੇ ਦੌਰਾਨ। ਸਾਰੇ ਨਗਰ ਦੇ ਲੋਕ ਉਹਦੀ ਕਿਰਤ ਦੀ ਸਿਫਤ ਕਰਦੇ ਸਨ। ਜਿਸ ਦਿਨ ਚੋਰੀ ਕਰਦਾ ਪਕੜਿਆ ਗਿਆ, ਸਾਰੇ ਨਗਰ ਦੇ ਵਿੱਚ ਨਿੰਦਿਆ ਹੋਈ, ਪਰ ਜਿਹੜੇ ਸਿਆਣੇ ਪੁਰਖ ਸਨ ਉਹਨਾਂ ਕਿਹਾ ਕੋਈ ਨਾ, ਕਿਰਤੀ ਬੰਦਾ ਜੇ ਕਰ ਲਿਆ ਤਾਂ ਇਹਦੇ ਕਾਰਨ ਜਾਣਨੇ ਚਾਹੀਦੇ ਨੇ। ਉਹਨੂੰ ਜਦੋਂ ਪੁੱਛ ਕੇ ਸਿਆਣੇ ਪੁਰਖਾਂ ਨੇ ਆਪਣੀ ਮਜਲਿਸ ਵਿੱਚ ਲਿਆਂਦਾ, ਪੁੱਛਿਆ ਕਿ ਕੀ ਕਾਰਨ ਰਿਹਾ ਕਿ ਸਾਰੀ ਜ਼ਿੰਦਗੀ ਚੰਗੀ ਕਿਰਤ ਦੇ ਨਾਲ ਤੇਰੇ ਹੱਥ ਸ਼ਵੱਛ ਰਹੇ, ਤੇਰਾ ਹਿਰਦਾ ਸ਼ਵੱਛ ਰਿਹਾ,
ਅੱਜ ਕਿਹੜੀ ਐਸੀ ਘਟਨਾ ਵਾਪਰੀ ਕਿ ਤੈਨੂੰ ਆਪਣੀ ਚਿੱਟੇ ਦਿਨ ਵਰਗੀ ਉੱਜਲ ਕਿਰਤ ਵਾਲੇ ਹੱਥਾਂ ਨੂੰ ਇਸ ਪਾਪ ਕਰਮ ਦੇ ਨਾਲ, ਚੋਰੀ ਕਰਮ ਦੇ ਨਾਲ ਮੈਲਾ ਕਰਨਾ ਪਿਆ? ਤਾਂ ਉਹਨੇ ਬੜਾ ਸੁੰਦਰ ਜਵਾਬ ਦਿੱਤਾ। ਕਹਿਣ ਲੱਗਾ, ਗੁਲਾਮ ਕੁਝ ਵੀ ਕਰ ਸਕਦਾ। ਤਾਂ ਉਹ ਕਹਿਣ ਲੱਗੇ, ਗੁਲਾਮ ਕਿਸ ਰੂਪ ਦੇ ਵਿੱਚ? ਕਹਿੰਦਾ, ਪਰਿਵਾਰ ਦੀਆਂ ਲੋੜਾਂ ਦੀ ਹੁਣ ਤੱਕ ਪੂਰਤੀ ਕਰਦਾ ਆ ਰਿਹਾ ਔਰ ਬਾਖੂਬੀ ਕਰਦਾ ਆ ਰਿਹਾ, ਪਰ ਮੇਰੇ ਪਰਿਵਾਰ ਦੀਆਂ ਲੋੜਾਂ ਦੇ ਵਿੱਚੋਂ ਨਿਕਲ ਕੇ ਤ੍ਰਿਸ਼ਨਾ ਦੀ ਖਾਈ ਵਿੱਚ ਡਿੱਗ ਪਈਆਂ ਨੇ। ਉਹ ਮੇਰੀ ਕਿਰਤ ਦੇ ਨੁਕਤੇ ਤੋਂ ਪੂਰੀਆਂ ਨਹੀਂ ਹੋ ਰਹੀਆਂ ਸਨ। ਅੱਜ ਉਹਨੂੰ ਕਿਸੇ ਢੰਗ ਨਾਲ ਪੂਰਾ ਕਰਨਾ ਸੀ, ਫਿਰ ਉਹਦੀ ਇੱਕੋ ਹੀ ਆਪਸ਼ਨ ਬਾਕੀ ਬਚੀ ਸੀ, ਚੋਰੀ ਕਰ ਲਈ ਜਾਵੇ। ਇਸ ਕਰਕੇ ਮੈਂ ਨਹੀਂ ਚੋਰੀ ਕੀਤੀ, ਮੈਂ ਤ੍ਰਿਸ਼ਨਾ ਦਾ ਗੁਲਾਮ ਹੋ ਕੇ ਚੋਰੀ ਕੀਤੀ। ਸਿਆਣੇ ਪੁਰਖਾਂ ਨੇ ਉਹਨਾਂ ਨੂੰ ਵਰਜ ਇਸ ਕਰਕੇ ਕਦੇ ਜੀਵਨ 'ਚ ਵਿਚਾਰ ਕਰ ਲੈਣਾ। ਉਦਾਹਰਨ ਦੇ ਤੌਰ 'ਤੇ ਦੁਨੀਆ 'ਚ 2 ਨੰਬਰ ਧਨ ਕਮਾਉਣ ਦੀ ਮਨਸ਼ਾ ਅਕਸਰ ਚੱਲਦੀ, ਕਾਹਦੇ ਕਰਕੇ ਚੱਲਦੀ ਹੈ? ਇਸੇ ਕਰਕੇ ਚੱਲਦੀ ਹੈ ਕਿ ਮੇਰਾ ਪਰਿਵਾਰ ਬੜਾ। ਔਰ ਵੱਡੀ ਗੱਲ ਇਹ ਹੈ, ਤੁਹਾਨੂੰ ਪਰਿਵਾਰ ਨੂੰ ਪਾਲਣ ਦੀ ਜ਼ਿੰਮੇਵਾਰੀ ਲੱਗੀ ਹੈ, ਨਾ ਕਿ ਪਰਿਵਾਰ ਦੀ ਅਯਾਸ਼ੀ ਨੂੰ ਪੂਰੀ ਕਰਨ ਦੀ। ਇਹ ਗੱਲ 'ਚ ਜ਼ਿੰਦਗੀ 'ਚ ਫਰਕ ਕਰ ਲੈਣਾ। ਸਾਨੂੰ ਮਾਲਕ ਨੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲਾਈ ਹੈ, ਮਾਤਾ ਪਿਤਾ ਭੈਣ ਭਰਾ ਰੂਪ ਦੇ ਵਿੱਚ, ਪਰ ਪਰਿਵਾਰ ਦੀ ਅਯਾਸ਼ੀ ਨੂੰ ਪਾਲਣ ਦੀ ਜ਼ਿੰਮੇਵਾਰੀ ਸਾਡੀ ਨਹੀਂ ਲਾਈ। ਮਾਲਕ ਸਾਨੂੰ ਸੰਤੋਖ ਰੂਪ ਦੇ ਵਿੱਚ ਸਾਰਾ ਕੁਝ ਦਿੰਦਾ ਹੈ, ਪਰ ਜੇ ਉਹਦੀਆਂ ਦਤਾਰਾਂ ਨੂੰ ਸੰਤੋਖ ਰੂਪ ਦੇ ਵਿਧਾਨ ਵਿੱਚ ਮੁੜ ਨਾ ਪਾਇਆ ਜਾਏ ਤਾਂ ਜੀਵਨ ਬੰਦੇ ਦਾ ਪਾਲਿਓ ਕਟਕ ਕੁਟੰਬ ਦੇ ਵਿੱਚ ਗਰਕ ਹੋ ਜਾਂਦਾ। ਅੱਜ ਦੁਨੀਆ ਦਾ ਜਿੰਨਾ ਮਨੁੱਖ ਹੈ, ਇਹ ਗੱਲ ਨੂੰ ਕਦੇ ਗੌਰ ਨਾਲ ਵਾਚਣਾ ਕਾਹਦੇ ਕਰਕੇ ਕਰ ਰਿਹਾ। ਆਪਣੇ ਜੀਵਨ ਉਦਾਹਰਨ ਦੇ ਤੌਰ 'ਤੇ ਮੈਂ ਕਈ ਐਸੇ ਸ਼ਖਸ ਵੀ ਦੇਖੇ ਨੇ, 90,000 ਤਨਖਾਹ ਲੈਂਦੇ ਨੇ, 900 ਰੁਪਈਆ ਆਪ ਨਹੀਂ ਖਰਚਦੇ। 90,000 ਦੇ ਵਿੱਚੋਂ 900 ਰੁਪਇਆ ਆਪ ਨਹੀਂ ਖਰਚਦੇ। ਲਗਭਗ 99,000 ਦੇ ਨਾਲ ਪਰਿਵਾਰ ਦੀਆਂ ਅਯਾਸ਼ੀ ਨੂੰ ਪੂਰਾ ਕਰ ਰਹੇ ਨੇ, ਅਤੇ ਉਹਦੇ ਵਿੱਚੋਂ ਬੜਾ ਕੁਝ ਪਾਪ ਵਾਲਾ ਵੀ ਕਰਨਾ ਪੈਂਦਾ। ਇਸ ਕਰਕੇ ਜੀਵਨ 'ਚ ਫਰਕ ਕਰ ਲੈਣਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਾਲਿਓ ਕਟਕ ਕੁਟੰਬ, ਇੱਕ ਤੋਂ ਅੱਗੇ 1 2 4 ਪਤਾ ਨਹੀਂ ਕਿੱਥੋਂ ਤੱਕ ਸਿਲਸਿਲਾ ਗਿਆ। ਫਿਰ ਕਹਿੰਦੇ ਆਪਣੇ ਆਪ ਨੂੰ ਬੜਾ ਪ੍ਰਵੀਨ ਮੰਨਿਆ, ਧੰਦੇ ਹੀ ਮਹਿ ਮਰ ਗਇਓ ਬਾਹਰ ਭਈ ਨਾ ਬੰਬ। ਆਪਣੇ ਆਪ ਨੂੰ ਬੜਾ ਪ੍ਰਵੀਨ ਮੰਨਿਆ, ਕਹਿੰਦੇ ਧੰਦੇ ਕਰਦਿਆਂ ਹੀ ਮੌਤ ਹੋ ਗਈ। ਧੰਦੇ ਦਾ ਮਤਲਬ ਸਰੀਰ ਵੀ ਇਸ ਉਲਝਣ 'ਚ ਵਿੱਚ ਰਿਹਾ ਅਤੇ ਮਨ ਵੀ ਇਸ ਉਲਝਣ ਦੇ ਵਿੱਚ ਰਿਹਾ, ਅਤੇ ਫਿਰ ਵਾਸਨਾ ਵੀ ਐਸੀ ਹੋਣੀ ਸੀ। ਕਿਸੇ ਇੱਕ ਵਿਅੰਗਾਤਮਕ ਗੱਲ ਆਪਦੇ ਸਨਮੁਖ ਰੱਖਦਿਆਂ, ਕੋਈ ਬਜ਼ੁਰਗ ਨਾ ਰੋਜ਼ ਘਰ ਬੈਠਾ ਮੰਜੇ 'ਤੇ ਰੋਜ਼ਾਨਾ ਚਿੰਤਾ ਕਰੀ ਜਾਇਆ ਕਰੇ, ਆਹ ਚੀਜ਼ ਨੂੰ ਸੰਭਾਲੋ, ਇਹਨੂੰ ਸੰਭਾਲੋ, ਇਹਨੂੰ ਸੰਭਾਲੋ, ਸਾਰਾ ਦਿਨ ਪਰਿਵਾਰ ਦੀ ਜਾਨ ਖਾ ਲਿਆ ਕਰੇ। ਪਰਿਵਾਰ ਬੜਾ ਦੁਖੀ ਉਹਦੇ ਤੋਂ, ਪਰ ਕਰਨ ਕੀ ਕਰਦਾ। ਵੱਡਾ ਬਜ਼ੁਰਗ ਸੀ, ਬੜੀ ਜਾਇਦਾਦ ਬਣਾਈ ਸੀ ਉਹਨੇ। ਕਿਸੇ ਦਿਨ ਉਹ ਕਿਸੇ ਮਹਾਤਮਾ ਨੂੰ ਸੱਦ ਕੇ ਲਿਆਏ। ਉਹ ਕਹਿਣ ਲੱਗੇ ਕਿ ਜੀ ਇਹਨੂੰ ਕੋਈ ਉਪਦੇਸ਼ ਦਿਓ, ਬੜੀਆਂ ਚੀਜ਼ਾਂ ਦੀ ਚਿੰਤਾ ਕਰਦਾ। ਉਹਨੇ ਮਹਾਤਮਾ ਕਹਿਣ ਲੱਗਾ ਕਿ ਤੇਰੇ ਕੋਲ ਹੁਣ 2 ਆਪਸ਼ਨ ਨੇ, ਜਿਉਂਦੇ ਜੀ ਇਸ ਵਾਸਨਾ ਤੋਂ ਛੁੱਟ ਕੇ ਮੁਕਤ ਹੋਣਾ, ਜਾਂ ਇਸੇ ਵਾਸਨਾ ਦੇ ਵਿੱਚ ਮਰ ਕੇ ਇਸ ਘਰ ਦਾ ਕੂਕਰ ਬਣਨਾ, ਤੇਰੇ 'ਤੇ ਹੈ। ਕੂਕਰ ਦਾ ਮਤਲਬ ਖਿਆਲ ਰੱਖਣਾ। ਇਸ ਕਰਕੇ ਤੇਰੇ ਕੋਲ ਹੁਣ ਹੈ, ਜੇ ਆਹ ਜਿਹੜੀ ਰੋਜ਼ਾਨਾ ਨਿੱਕੀ ਨਿੱਕੀ ਚੀਜ਼ ਦੇ ਖਿਆਲ ਰੱਖਣ ਦੀ ਵਾਸਨਾ ਨਹੀਂ ਹਟਾ ਰਿਹਾ, ਜੇ ਤਾਂ ਹਟਾ ਲਏ ਤਾਂ ਫਿਰ ਤੇਰੀ ਸੰਭਾਵਨਾ ਹੈ ਕਿ ਤੇਰੇ ਜੀਵਨ ਦੀ ਮੁਕਤ। ਨਹੀਂ ਤਾਂ ਤੂੰ ਰੋਜ਼ਾਨਾ ਜਦੋਂ ਬਾਰ-ਬਾਰ ਇਹ ਗੱਲ ਕਹਿਣਾ ਹੈ, ਅਤੇ ਧਰਤੀ ਦਾ ਬਣਿਆ ਹੋਇਆ ਧਰਮ ਦਾ ਨੇਮ ਤੇਰੇ ਇਸ ਸੁਭਾਅ ਨੂੰ ਨੋਟ ਕਰ ਰਿਹਾ, ਅਤੇ ਫਿਰ ਤੈਨੂੰ ਪੂਰਾ ਕੰਪਲੀਟ ਆਕਾਰ ਹੀ ਇਹੋ ਜਿਹਾ ਦੇ ਦੇਗਾ ਕਿ ਚੱਲ ਹੁਣ ਆਰਾਮ ਨਾਲ ਬਹਿ ਕੇ ਪੱਕੇ ਤੌਰ 'ਤੇ ਕਰ। ਉਂਝ ਤਾਂ ਮਨੁੱਖ ਰਹਿੰਦਾ, ਕੋਈ ਹੋਰ ਖਿਆਲ ਵੀ ਆ ਸਕਦਾ ਸੀ। ਫਿਰ ਪ੍ਰਕਿਰਤੀ ਕਹਿੰਦੀ ਚੱਲ ਜੇ ਤੇਰੀ ਇਹੀ ਇੱਛਾ ਹੈ ਤਾਂ ਤੈਨੂੰ ਇਹ ਆਕਾਰ ਹੀ ਪੂਰਾ ਦੇ ਦਿੰਦੇ ਹਾਂ ਕੂਕਰ ਦਾ, ਹੁਣ ਬੜੇ ਆਰਾਮ ਨਾਲ ਇਹਦੀ ਰਾਖੀ ਕਰ। ਤੈਨੂੰ ਪੱਕਾ ਇਸੇ ਕੰਮ ਲਈ, ਹੁਣ ਕੂਕਰ ਦਾ ਕੰਮ ਕੀ ਅੱਜ ਦੇ ਸਮੇਂ 'ਚ? ਰਾਖੀ ਹੈ, ਕੋਈ ਦੂਜਾ ਕੰਮ ਹੈ ਉਹਦਾ? ਨਹੀਂ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਧੰਦੇ ਹੀ ਮੈਂ ਮਰ ਗਿਆ। ਧੰਦੇ ਦਾ ਮਤਲਬ ਸਰੀਰ ਦੀ ਐਨਰਜੀ ਵੀ ਉਸ ਕੰਮ ਦੇ ਵਿੱਚ ਮਰੀ, ਮਾਨਸਿਕ ਉਲਝਣ ਵੀ ਉਹਦੇ ਵਿੱਚ ਰਹੀ, ਅਤੇ ਜੀਵਨ ਦੀ ਜਿਹੜੀ ਵਾਸਨਾ ਉਹ ਵੀ ਧੰਦਿਆਂ ਦੇ ਵਿੱਚ ਲਿਪਤ ਰਹੀ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬਾਹਰ ਭਈ ਨਾ ਬੰਬ, ਕੋਈ ਚੰਗੇ ਕਿਸਮ ਦੀ ਆਵਾਜ਼ ਜੀਵਨ ਦੇ ਵਿੱਚੋਂ ਨਿਕਲੀ ਨਾ। ਇਸ ਕਰਕੇ ਕਿੱਡਾ ਭਗਤ ਕਬੀਰ ਸਾਹਿਬ ਜੀ ਨੇ, ਵੇਖੋ ਜਿਹੜੇ ਬੰਦੇ ਰਾਮ ਨਾਮ ਜਾਣਨਾ ਚਾਹੁੰਦੇ ਨੇ, ਉਹਨਾਂ ਦੇ ਜੀਵਨ 'ਚ ਸੋਚ ਕਿਹੋ ਜਿਹੀ ਚੱਲਦੀ ਹੈ ਵੀ ਮੈਂ ਆਪਦੇ ਅਰਜ਼ ਕਰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ 10 ਕਾਜ ਸਵਾਰੈ, ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। ਅੱਗੇ ਆਖਦੇ ਨੇ, ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਰੇ ਜੈਸੇ ਘਾਸ ਕਾ ਪੂਲਾ। ਇੱਕ ਪਸ਼ੂ ਹੈ ਜਿਹਨੂੰ ਅਸੀਂ ਪਸ਼ੂ ਮੰਨਦੇ ਹਾਂ,
ਉਹਦਾ ਜੀਵਨ ਜਿਉਂਦਿਆਂ ਵੀ ਮਨੁੱਖਤਾ ਦੇ ਲਈ ਕਲਿਆਣਕਾਰੀ ਹੈ, ਮਰਿਆਂ ਵੀ ਕਲਿਆਣਕਾਰੀ ਹੈ। ਬੰਦਾ ਜਿਉਂਦਿਆਂ ਹੋਇਆਂ ਵੀ ਸ੍ਰਿਸ਼ਟੀ ਦੇ ਲਈ ਦੁੱਖ ਹੈ, ਮਰਿਆਂ ਹੋਇਆਂ ਵੀ ਦੁੱਖ ਹੈ। ਭਾਵ ਕਿ ਮਰਨ ਤੋਂ ਬਾਅਦ ਵੀ 10-12 ਕੁਇੰਟਲ ਬਾਲਣ ਲੈਂਦਾ, ਕਿੰਨੇ ਰੁੱਖਾਂ ਨੂੰ ਕੱਟਣਾ ਪੈਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਰਾਮ ਨਾਮ ਦਾ ਭੇਦ ਨਹੀਂ ਜਾਣਿਆ, ਉਹ ਇਸ ਕਟਕ ਕੁਟੰਬ ਨੂੰ ਪਾਲਦੇ ਰਹੇ। ਧੰਦੇ ਹੀ ਮੈਂ ਮਰ ਗਿਓ, ਇਸ ਸਾਰਾ ਜੀਵਨ ਧੰਦਿਆਂ ਵਿੱਚ ਲਿਪਤ ਹੋ ਕੇ ਮਰ ਗਿਆ। ਬਾਹਰ ਭਈ ਨਾ ਬੰਬ, ਜੀਵਨ ਦੇ ਵਿੱਚ ਕੋਈ ਉੱਚ ਕਿਸਮ ਦਾ ਖਿਆਲ ਨਹੀਂ ਪ੍ਰਗਟ ਹੋਇਆ। ਇਹ ਮਨੁੱਖਾਂ ਦੀ ਹੋਣੀ। ਇਸ ਕਰਕੇ ਦੁਨੀਆ ਅਧਿਆਤਮਿਕ ਤਰਫ ਤਾਂ ਨਹੀਂ ਪਰਤਣਾ ਚਾਹੁੰਦੀ ਕਿ ਅਧਿਆਤਮਿਕ ਦੇ ਵਿੱਚ ਜੀਵਨ ਦੇ ਬਣੇ ਹੋਏ ਬੜੇ ਗਹਿਰੇ ਭਰਮ ਛੱਡਣੇ ਪੈਂਦੇ ਹਨ, ਅਤੇ ਇਹ ਭਰਮ ਹੀ ਬੰਦੇ ਦਾ ਸੁਰੱਖਿਅਤ ਇੱਕ ਸ਼ੈੱਲ ਬਣਿਆ ਹੋਇਆ। ਜੇ ਬੰਦਾ ਹੁਣ ਉਦਾਹਰਨ ਦੇ ਤੌਰ 'ਤੇ ਇਸ ਗੱਲ ਨੂੰ ਸਾਨੂੰ ਬੜੇ ਜਚਾ ਦੇਣਗੇ ਕਿ ਦੇਖੋ ਅਸੀਂ ਆਪਣੇ ਬੱਚੇ ਦੀ ਹਰ ਇੱਕ ਲੋੜ ਪੂਰੀ ਕੀਤੀ ਹੋਈ, ਪਰ ਪਤਾ ਨਹੀਂ ਕਿ ਬੱਚਾ ਤ੍ਰਿਸ਼ਨਾ ਦੇ ਵਿੱਚ ਗ੍ਰਸਤ ਹੈ ਅਤੇ ਅੱਗੇ ਵਿਕਾਰਾਂ ਵਿੱਚ ਗ੍ਰਸਤ ਹੈ। ਹੁਣ ਉਦਾਹਰਨ ਦੇ ਤੌਰ 'ਤੇ ਕਹਿੰਦੇ ਕੋਈ ਮਨੁੱਖ ਕਿਸੇ ਸਮੇਂ ਦਾਨ ਕਰਨ ਲੱਗ ਪਿਆ, ਜਦੋਂ ਉਹਨੂੰ ਕੋਈ ਲੋੜਵੰਦ ਮਿਲਣਾ ਉਹਨੇ ਦਾਨ ਕਰ ਲੈਣਾ। ਕੁਝ ਦਿਨ ਮਹੀਨੇ ਦਾਨ ਕਰਦਿਆਂ ਨੂੰ ਹੋਏ, ਉਹਦਾ ਜੀਵਨ ਦੁੱਖਾਂ ਨਾਲ ਭਰਨਾ ਸ਼ੁਰੂ ਹੋ ਗਿਆ। ਉਹ ਬੜਾ ਪਰੇਸ਼ਾਨ ਹੋਇਆ ਕਿ ਮੈਂ ਦਾਨ ਚੰਗਾ ਕਰਮ ਕਰਦਾ, ਪਰ ਜੀਵਨ ਦੁੱਖਾਂ ਨਾਲ ਭਰਨਾ ਸ਼ੁਰੂ ਹੋ ਗਿਆ। ਤਾਂ ਉਸ ਮਨੁੱਖ ਨੇ ਕਿਸੇ ਕੋਲ ਜਾ ਕੇ ਆਪਣਾ ਨਿਰਣਾ ਕਰਵਾਉਣਾ ਚਾਹਿਆ। ਉਹਨੇ ਕਿਹਾ, ਜਿਨ੍ਹਾਂ ਨੂੰ ਤੂੰ ਦਾਨ ਕਰਦਾ ਹੈ, ਤੇਰੇ ਦਾਨ ਦਾ ਪ੍ਰਯੋਜਨ ਬੜੇ ਨੀਚ ਕਰਮਾਂ ਲਈ ਕਰਦੇ ਹਨ। ਤੇਰੇ ਦਾਨ ਦਾ ਪ੍ਰਯੋਜਨ ਅੱਗੇ ਨੀਚ ਕਰਮ ਵਿੱਚ ਸ਼ਾਮਲ ਹੋ ਜਾਂਦਾ ਹੈ। ਮਤਲਬ ਆਪਣੀ ਅਯਾਸ਼ੀ ਕਿਸਮ ਦੀਆਂ ਜਿਹੜੀਆਂ ਰੁਚੀਆਂ ਨੇ ਉਹਨਾਂ ਨੂੰ ਪੂਰਾ ਕਰਦੇ ਹਨ। ਇਸ ਕਰਕੇ ਤੇਰੇ ਦਾਨ ਦਾ ਦਿੱਤਾ ਹੋਇਆ ਅਰਥ ਕਿਸੇ ਠੀਕ ਪਾਸੇ ਨਹੀਂ ਜਾ ਰਿਹਾ। ਇਸ ਕਰਕੇ ਤੂੰ ਇਸ ਕਰਮ ਦੀ ਫਾਹੀ ਵਿੱਚ। ਇਸ ਕਰਕੇ ਸਾਡੇ ਜੀਵਨ ਦੀ ਐਨਰਜੀ, ਸਾਡਾ ਧਨ, ਸਾਡੀ ਸਮਰੱਥਾ ਜੇ ਕਿਸੇ ਉੱਚੇ ਪ੍ਰਯੋਜਨ ਦੇ ਲਈ ਨਹੀਂ ਵਿਚਰ ਰਹੀ ਤਾਂ ਇਹਦਾ ਮਤਲਬ ਪ੍ਰਭੂ ਦੀ ਅਮਾਨਤ ਦੇ ਵਿੱਚ ਅਸੀਂ ਖਿਆਨਤ ਕਰ ਰਹੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬਾਹਰ ਭਈ ਨਾ ਬੰਬ। ਫਿਰ ਹੁਣ ਉਦਾਹਰਨ ਦੇ ਤੌਰ 'ਤੇ ਵੱਡੇ ਵੱਡੇ ਧਨਾੜ ਨੇ, ਉਹਨਾਂ ਦੇ ਜੀਵਨ ਦਾ ਜ਼ਿਕਰ ਪਰਿਵਾਰ ਤੱਕ ਸੀਮਤ ਰਹਿੰਦਾ। ਸਮਾਂ ਇਤਨਾ ਤੇਜ਼ ਹੋ ਗਿਆ ਹੈ, ਅਕਾਲ ਪੁਰਖ ਬੰਦੇ ਦੀ ਜ਼ਿੰਦਗੀ ਦਾ ਚੈਪਟਰ ਖਤਮ ਕਰੇ ਦੁਨੀਆ ਵੱਲੋਂ ਤਾਂ ਪਹਿਲਾਂ ਹੀ ਖਤਮ ਹੁੰਦਾ ਹੈ। ਕੋਈ ਕੁਝ ਦਿਨ ਪਹਿਲਾਂ ਦਾ ਵਾਕਿਆ ਸੁਣਿਆ, ਇੰਨੀ ਜ਼ਿਆਦਾ ਸਮੇਂ ਦੀ ਘਾਟ, ਅੰਤਮ ਸੰਸਕਾਰ 'ਤੇ ਹੀ ਜਪਜੀ ਸਾਹਿਬ, ਆਨੰਦ ਸਾਹਿਬ ਪੜ੍ਹ ਕੇ ਦੇਗ ਵਰਤਾ ਦਿੱਤੀ ਗਈ ਕਿ ਜੀਵਨ ਇੱਥੇ ਸਮਾਪਤ, ਇਸ ਤੋਂ ਬਾਅਦ ਇਹਦੀ ਕੋਈ ਕਿਰਿਆ ਨਹੀਂ ਹੋਣੀ ਇਹਦੇ ਨਿਮਿਤ। ਮਤਲਬ ਹੁਣ ਤਾਂ ਦੁਨੀਆ ਉਡੀਕ ਰਹੀ ਕਿ ਕਦੋਂ ਬੰਦੇ ਦੀ ਜ਼ਿੰਦਗੀ ਦਾ ਚੈਪਟਰ ਖਤਮ ਹੋਵੇ। ਸਾਡੇ ਵੱਲੋਂ ਤਾਂ ਪਹਿਲਾਂ ਹੀ ਖਤਮ ਹੈ। ਅਤੇ ਬੰਦਾ ਸਾਰੀ ਜ਼ਿੰਦਗੀ ਜਿਹੜੇ ਸਾਡੇ ਜੀਵਨ ਦੇ ਆਮ, ਜਿਵੇਂ ਰਹਿਤ ਮਰਜ਼ਾਦਾ ਦਾ ਨੇਮ ਹੈ ਕਿ ਸਿੱਖ ਦੇ ਜੀਵਨ ਦੀ ਜਿਹੜੀ ਆਤਮਿਕ ਕਲਿਆਣਤਾ ਦਾ ਕਰਮ ਹੈ, ਬਾਣੀ ਪੜ੍ਹ ਕੇ ਕਰਨਾ, ਉਹ 10 ਦਿਨ ਦੁਸਹਿਰੇ ਵਾਲੇ ਦਿਨ ਕੀਤਾ ਜਾਵੇ। ਉਹਦੇ ਵਿੱਚ ਸਾਡੀ ਅਧਿਆਤਮਿਕਤਾ ਦੇ ਕਈ ਚੰਗੇ ਜਿਹੜੇ ਗੁਣ ਵੀ ਪਏ ਹੋਏ ਹਨ, ਉਸ ਨੂੰ ਵੀ ਉਲੰਘ ਦਿੱਤਾ ਹੈ। ਅਤੇ ਸਾਰੀ ਜ਼ਿੰਦਗੀ ਉਧਾਰ ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਆਦਿ ਘਰੀ ਕੋਊ ਨਹਿ ਰਾਖੈ ਕਰਤੇ ਦੇਤ ਨਕਾਰ। ਪਰ ਇੰਨੇ ਜ਼ਿਆਦਾ ਭਰਮ 'ਚ ਜਿਉਣਾ, ਪਰ ਭਰਮ 'ਚ ਜਿਉਣਾ ਚੰਗਾ ਲੱਗਦਾ ਬੰਦੇ ਨੂੰ। ਤਾਂ ਕਰਕੇ ਗੁਰੂ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਧੰਦੇ ਹੀ ਮੈਂ ਮਰ ਗਿਓ, ਬਾਹਰ ਭਈ ਨਾ ਬੰਬ। ਜੇ ਇਹਦਾ ਭਰਮ ਤੋੜ ਦਈਏ ਤਾਂ ਇਹ ਤਾਂ ਪਰੇਸ਼ਾਨ ਹੋ ਜਾਏ। ਇਸ ਕਰਕੇ ਭਰਮ ਦਾ ਹੀ ਰਸ ਲਈ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਹਨ, ਕਬੀਰ ਆਖੀ ਕੇਰੇ ਮਾਟੁਕੇ, ਪਲ ਪਲ ਗਈ ਬਿਹਾਏ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਹਨਾਂ ਨੂੰ ਅੱਖਾਂ ਨੂੰ ਝਮਕਦਿਆਂ ਝਮਕਦਿਆਂ ਹੀ ਜ਼ਿੰਦਗੀ ਬਤੀਤ ਹੋ ਗਈ, ਪਤਾ ਨਹੀਂ ਲੱਗਿਆ, ਪਲ ਪਲ ਕਰਕੇ ਸਾਰੀ ਆਰਜਾ ਚਲੀ ਗਈ। ਹੁਣ ਇੱਕ ਗੱਲ ਯਾਦ ਰੱਖਣਾ, ਸਾਨੂੰ ਲੱਗਦਾ ਅੱਖਾਂ ਤਾਂ ਝਮਕਦੀਆਂ ਨੇ ਕਿ ਇਹ ਥੱਕ ਜਾਂਦੀਆਂ ਨੇ, ਇੰਝ ਲੱਗਦਾ ਸਾਨੂੰ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਹ ਅਸਲ ਦੇ ਵਿੱਚ ਝਮਕਣ ਦਾ ਮਤਲਬ ਹੈ, ਇਹ ਸਾਨੂੰ ਸੰਕੇਤ ਦੇ ਰਹੀਆਂ ਨੇ ਕਿ ਅੱਖਾਂ ਜਿਹੜੀਆਂ ਹਨ ਝਮਕਣ ਕਰਕੇ ਆਰਜਾ ਵੀ ਘਟ ਰਹੀ ਹੈ। ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਜ਼ਿਕਰ ਆਉਂਦਾ, ਵਿਸੋਏ ਚੱਸਿਆ ਘੜੀਆ ਪਹਿਰਾ। ਅੱਖ ਦੇ 15 ਝਮਕਣ ਹੋਣ ਤਾਂ ਉਹਨੂੰ ਇੱਕ ਵਿਸਾ ਕਹਿੰਦੇ ਨੇ, ਅਤੇ ਅੱਗੇ 30 ਵਿਸੇ ਹੋਣ ਤੇ ਇੱਕ ਚਸਾ ਕਹਿੰਦੇ ਨੇ। ਉਸ ਤੋਂ ਅੱਗੇ ਜਾ ਕੇ ਪਲ, ਫਿਰ ਘੜੀ, ਫਿਰ ਅੱਗੇ ਸਾਰਾ ਬਣਦਾ। ਇੱਕ ਅੱਖ ਦਾ ਝਮਕਣਾ, ਇੱਕ ਸਵਾਸ ਦਾ ਬਾਹਰ ਨਿਕਲਣਾ, ਸਰੀਰ ਦੀ ਅਵਸਥਾ ਦਾ ਬਦਲਣਾ, ਹਰ ਪਲ ਸਾਨੂੰ ਸੰਕੇਤ ਦੇ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਪਲ ਪਲ ਗਈ ਬਿਹਾਏ, ਹੌਲੀ ਹੌਲੀ ਗੁਜ਼ਰ ਰਹੀ ਹੈ। ਪਰ ਕਹਿੰਦੇ ਮਨ ਜੰਜਾਲ ਨਾ ਛੋਡਈ, ਜਮ ਦੀਆ ਦਮਾਮਾ ਆਏ।
ਮਨ ਇਹਨਾਂ ਜੰਜਾਲਾਂ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਿਆ। ਉੱਤੋਂ ਜੰਮ ਨੇ ਆ ਕੇ ਆਪਣੀ ਨਗਾਰੇ ਦੀ ਚੋਟ ਲਗਾ ਦਿੱਤੀ ਅਤੇ ਉਹ ਨਗਾਰੇ ਦੀ ਚੋਟ ਦਾ ਖੜਾਕ ਫਿਰ ਸਾਰਿਆਂ ਨੂੰ ਸੁਣਿਆ। ਜੰਮ ਰੋਜ਼ ਹੌਲੀ ਹੌਲੀ ਛੋਟੀ ਧੁਨ ਦੇ ਵਿੱਚ ਨਗਾਰਾ ਵਜਾਉਂਦਾ ਰਿਹਾ, ਨਹੀਂ ਸੁਣਿਆ। ਜਦੋਂ ਉਹਨੇ ਜ਼ੋਰ ਦੀ ਚੋਟ ਲਗਾਈ ਫਿਰ ਸਾਰਿਆਂ ਨੂੰ ਸੁਣਿਆ। ਮਤਲਬ ਰੋਜ਼ ਰੋਜ਼ ਜੀਵਨ ਦੀ ਆਰਜਾ ਘਟ ਰਹੀ ਸੀ। ਇਸ ਗੱਲ ਤੋਂ ਸੁਚੇਤ ਨਹੀਂ ਹੋਇਆ। ਜਿੱਦਣ ਫਿਰ ਜੰਮ ਨੇ ਗੁੱਸੇ 'ਚ ਆ ਕੇ ਨਗਾਰਾ ਹੀ ਪਾੜ ਦਿੱਤਾ, ਭਾਵ ਮੌਤ ਹੋਈ, ਫਿਰ ਸਾਰਿਆਂ ਨੂੰ ਪਤਾ ਲੱਗਿਆ। ਇਸ ਕਰਕੇ ਸੂਫੀ ਫਕੀਰਾਂ ਨੇ ਕਿੱਡੀ ਸੋਹਣੀ ਟਰਮ ਬਣਾਈ, ਕਿੰਨੀ ਚੰਗੀ ਟਰਮ ਬਣੀ। ਕਹਿੰਦਾ ਸੰਸਾਰੀ ਬੰਦਿਆਂ ਨੂੰ ਮੌਤ ਤਾਂ ਆਉਂਦੀ ਇਸ ਕਰਕੇ ਨਹੀਂ ਕਿ ਇਹਨਾਂ ਦੀ ਆਰਜਾ ਪੂਰੀ ਹੋ ਜਾਂਦੀ ਹੈ। ਇਹਨਾਂ ਨੂੰ ਮੌਤ ਇਸ ਕਰਕੇ ਆਉਂਦੀ ਹੈ ਕਿ ਦੁਨਿਆਵੀ ਫੰਦਿਆਂ ਤੋਂ ਆਪਣਾ ਖਹਿੜਾ ਆਪ ਛੁਡਵਾ ਹੀ ਨਹੀਂ ਸਕਦੇ। ਫਿਰ ਕੁਦਰਤ ਇਹਨਾਂ ਦੀ ਦੇਹ ਨੂੰ ਆਰਾਮ ਦਿੰਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ ਵਾਕ ਹਨ ਕਿ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਇੱਟ ਸਰਾਣੇ ਭੋਏ ਸਵਨ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ। ਕਹਿੰਦੇ ਇੱਕ ਰਾਤ ਸੌਂਦਾ ਸੀ 100 ਵਾਰੀ ਉਸਲ ਵੱਟੇ ਮਾਰਦਾ ਸੀ, ਕਦੀ ਸੱਜੇ ਖੱਬੇ ਤਰਫ। ਕਹਿੰਦੇ ਪ੍ਰਕਿਰਤੀ ਨੇ ਦੇਹ ਨੂੰ ਆਰਾਮ ਦਿੱਤਾ ਹੋਇਆ ਕਬਰ ਦੇ ਵਿੱਚ ਕਈ ਸਾਲ ਹੋ ਗਏ ਨੇ, ਉਸਲ ਵੱਟਾ ਹੀ ਨਹੀਂ ਮਾਰਿਆ। ਨਹੀਂ ਤਾਂ ਬਿਸਤਰ ਦੀ ਚਿੰਤਾ ਕਰਦਾ ਸੀ, ਸੋਹਣਾ ਨਹੀਂ ਹੈ, ਸਾਫ਼ ਨਹੀਂ ਹੈ, ਕੋਮਲ ਨਹੀਂ ਹੈ। ਕਹਿੰਦੇ ਹੁਣ ਭੋਏ ਸਵਣ, ਸਾਰਾ ਜੀਵਨ ਕੀੜੇ ਰਾਤ ਨੂੰ ਸਰੀਰ ਨੂੰ ਚੁੰਡਦੇ ਰਹਿੰਦੇ ਹਨ, ਕੱਟਦੇ ਰਹਿੰਦੇ ਹਨ, ਕੋਈ ਦਰਦ ਨਹੀਂ ਹੁੰਦਾ। ਪ੍ਰਕਿਰਤੀ ਨੇ ਇਹੋ ਜਿਹਾ ਆਰਾਮ ਦਿੱਤਾ ਹੋਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਜੰਜਾਲ ਨਾ ਛੋਡਈ, ਨਹੀਂ ਛੱਡ ਰਿਹਾ ਮਨ। ਇਹਦਾ ਮਤਲਬ ਹੈ ਮਨ ਕਿਸੇ ਗ੍ਰਿਫਤ ਵਿੱਚ ਹੈ। ਹੁਣ ਉਦਾਹਰਨ ਦੇ ਇੱਕ ਮੈਨੂੰ ਕਈਆਂ ਨੇ ਆਪਣਾ ਬੜਾ ਸੁੰਦਰ ਬਹਾਨਾ ਸੁਣਾਇਆ ਜੀ, ਸਤ ਸੰਗਤ 'ਚ ਆ ਜਾਈਏ ਪਰ ਘਰੇ ਪਤਨੀ ਇਕੱਲੀ ਹੁੰਦੀ ਹੈ, ਔਲਾਦ ਅੱਗੇ ਵਿਆਹੀ ਗਈ ਹੈ, ਪੋਤਰੇ ਵੀ ਵਿਆਹੇ ਗਏ ਨੇ, ਅਜੇ ਵੀ ਪਤਨੀ ਦੀ ਚਿੰਤਾ ਹੈ। ਕਿਆ ਕਮਾਲ ਦਾ ਬਹਾਨਾ। ਕਈ ਵਾਰੀ ਬੰਦਾ ਆਪਣੀ ਨਾ ਉਮਰ ਦੇ ਹਿਸਾਬ ਨਾਲ ਵਾਕ ਢਾਲ ਲੈਣੇ ਚਾਹੀਦੇ ਨੇ। ਉਮਰ ਦੇ ਹਿਸਾਬ ਨਾਲ ਵਾਕ, ਜਿਵੇਂ ਬੱਚਾ ਕੋਈ ਨਿਕੰਮਾ ਵਾਕ ਕਹਿ ਦੇ, ਉਹਦੀ ਵਾਕ ਨੂੰ ਨਹੀਂ ਗੌਲਿਆ ਜਾਂਦਾ। ਉਹਨੂੰ ਪਤਾ ਕਿ ਬੱਚਾ ਇਹਦੀ ਮੱਤ ਨਹੀਂ ਡਿਵੈਲਪ ਹੈਗੀ। ਨੌਜਵਾਨ ਕੋਈ ਹੋਸ਼ੀ ਗੱਲ ਕਰਦੇ ਮੰਨ ਲਈ ਜਾਂਦੀ ਹੈ ਕਿ ਇਹਦਾ ਜੋਸ਼ ਭਾਰੂ, ਅਕਲ ਹੋਸ਼ ਮਗਰ ਹੈ। ਬਜ਼ੁਰਗ ਬੰਦਾ ਜਿਹਦੀ ਗੱਲ ਕਿ ਉਹਦੇ ਜੀਵਨ 'ਤੇ ਤਰਸ ਆਉਣ ਲੱਗ ਪੈਂਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਜੰਜਾਲ ਨਾ ਛੋਡਈ। ਜਿਸ ਕਰਕੇ ਮਨ ਨਹੀਂ ਛੱਡ ਰਿਹਾ, ਫਿਰ ਨਹੀਂ ਛੱਡੇਗਾ। ਜਮ ਦੀਆ ਦਮਾਮਾ, ਇਹ ਬਾਣੀ 'ਚ ਇੱਕ ਬੜਾ ਕਮਾਲ ਦਾ ਜ਼ਿਕਰ ਹੁੰਦਾ। ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਨਾ ਕਿਆ ਤੈ ਖੱਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹ ਕਾ ਆਇਆ। ਜਮ ਰੂਪ ਆਏ ਮੌਤ ਦੇ ਫਰਿਸ਼ਤੇ, ਉਹਨਾਂ ਆ ਕੇ ਪੁੱਛਿਆ ਕਿ ਕਿੰਨਾ ਕੀਮਤੀ ਧਨ ਦੇ ਕੇ ਤੈਨੂੰ ਭੇਜਿਆ ਸੀ, ਸਰੀਰ, ਬੁੱਧੀ, ਸਾਰਾ ਕੁਝ, ਸਵਾਸ, ਕੀ ਕਮਾਇਆ ਈ? ਕਹਿੰਦਾ ਵੇਖੋ 10 ਮੰਜ਼ਲੀ ਇਮਾਰਤ ਹੈ, ਇਤਨਾ ਧਨ ਹੈ, ਇਤਨੀ ਮੇਰੀ ਪ੍ਰਤਿਭਾ ਇਲਾਕੇ ਦੇ ਵਿੱਚ। ਉਹ ਕਹਿਣ ਲੱਗੇ ਤਾਂ ਇੱਥੇ ਰਹਿਣੀ, ਜਿਹੜੀ ਨਾਲ ਚੱਲਣ ਵਾਲੀ ਹੈ ਉਹ ਦੱਸ। ਕਹਿੰਦਾ ਨਹੀਂ, ਉਹ ਕਿਹੜੀ ਹੁੰਦੀ ਹੈ? ਉਹ ਫਿਰ ਕਹਿਣ ਲੱਗੇ ਕੋਈ ਨਾ, ਉਹਦਾ ਅੱਗੇ ਜਾ ਕੇ ਪਤਾ ਚੱਲੇਗਾ ਕਿ ਅਮੋਲਕਤਾ ਨੂੰ ਕੌਡੀ ਦੇ ਭਾਅ ਗਵਾਇਆ। ਇਸ ਕਰਕੇ ਭਗਤ ਔਰ ਹੁਣ ਮਨੁੱਖ ਪੁੱਛੇਗਾ ਕਿ ਇਹ ਡਰਾਵਾ ਹੈ। ਕਈ ਬੰਦੇ ਇਸ ਗੱਲ ਨੂੰ ਡਰਾਵਾ ਸਮਝਦੇ ਨੇ। ਹੁਣ ਇਸ ਗੱਲ ਦਾ ਡਰਾਵਾ ਨਹੀਂ ਹੈ, ਇਹਦਾ ਗਿਆਨ ਵੀ ਮੌਜੂਦ ਹੈ। ਜਦੋਂ ਅਸੀਂ ਸ੍ਰਿਸ਼ਟੀ ਦੀ ਮਨੁੱਖ ਹੋ ਕੇ ਕੋਈ ਵੱਡੀ ਸੇਵਾ ਨਹੀਂ ਕਰਦੇ, ਫਿਰ ਪ੍ਰਕਿਰਤੀ ਸਾਨੂੰ ਨਿਮਨ ਜੂਨਾਂ ਦੇ ਵਿੱਚ ਪਾ ਕੇ ਆਪਣੀ ਸੇਵਾ ਆਪ ਕਰਵਾ ਲੈਂਦੀ। ਹੁਣ ਜੀਵਨ ਦੇ ਵਿੱਚ ਬੁੱਧੀ ਹੈ, ਪਰ ਉਪਕਾਰਤਾ, ਦਇਆ ਆਦਿਕ ਗੁਣਾਂ ਨੂੰ ਧਾਰਨ ਕਰਕੇ ਸ੍ਰਿਸ਼ਟੀ ਦੀ ਸੇਵਾ ਨਹੀਂ ਕਰ ਰਹੇ, ਫਿਰ ਸ੍ਰਿਸ਼ਟੀ ਪਸ਼ੂ ਜੂਨ 'ਚ ਪਾ ਕੇ ਆਪਣੀ ਸੇਵਾ ਆਪ ਕਰਵਾ ਲੈਂਦੀ ਹੈ। ਜੇ ਉਹਨੂੰ ਡਰ ਮੰਨਣਾ ਮੰਨੀ ਜਾਓ, ਨਹੀਂ ਮੰਨਣਾ ਤਾਂ ਗਿਆਨ ਉਹਦਾ ਇਹ ਹੈ ਕਿ ਜੇ ਅੱਜ ਨਹੀਂ ਕਰ ਰਹੇ ਤਾਂ ਸ੍ਰਿਸ਼ਟੀ ਨੇ ਇਹੋ ਜਿਹਾ ਨੇਮ ਬਣਾਇਆ, ਉਹ ਆਪਣੇ ਆਪ ਢਾਲ ਲਏਗੀ ਇਹਨਾਂ ਚੀਜ਼ਾਂ ਨੂੰ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਜੰਜਾਲ ਨਾ ਛੋਡਈ, ਨਹੀਂ ਛੱਡ ਰਿਹਾ, ਚਿੰਤਨ ਬਣਿਆ ਰਹਿੰਦਾ। ਇਸ ਕਰਕੇ ਥੋੜ੍ਹਾ ਆਪਣੇ ਜੀਵਨ 'ਚ ਇਹ ਨਹੀਂ ਕਿ ਅਸੀਂ ਕਿਸੇ, ਇਹ ਅਧਿਆਤਮ ਦਾ ਇਹ ਅਰਥ ਨਹੀਂ ਆ ਕਿ ਅਸੀਂ ਤੁਹਾਨੂੰ ਪਰਿਵਾਰ, ਸਮਾਜ, ਕਾਰੋਬਾਰ ਇਹ ਸਾਰੇ ਤੋਂ ਛਡਾ ਦਈਏ। ਅਧਿਆਤਮ ਦਾ ਅਰਥ ਹੈ ਕਿ ਇਹਦੇ ਵਿੱਚ ਚੱਜ ਨਾਲ ਜਿਉਣਾ ਕਿਵੇਂ ਹੈ। ਉਦਾਹਰਨ ਦੇ ਤੌਰ 'ਤੇ ਬੰਦਾ ਕਿਸੇ ਹੋਟਲ ਵਿੱਚ ਠਹਿਰੇ, ਭਾਵੇਂ 20 ਦਿਨ ਠਹਿਰੇ, ਉਹ ਇਸ ਭੁਲੇਖੇ 'ਚ ਥੋੜ੍ਹਾ ਰਹਿੰਦਾ ਕਿ ਮੈਂ ਇਹਦਾ ਮਾਲਕ ਹਾਂ। ਉਹ ਇਸ ਭੁਲੇਖੇ 'ਚ ਰਹਿੰਦਾ, ਉਹਨੂੰ ਪਤਾ ਹੈ ਕਿ ਇੰਨੇ ਦਿਨ ਠਹਿਰਾਂ, ਚੱਲਣਾ ਹੈ। ਜਗਤ ਦੀ ਸਰਾਂ ਵਾਲੀ ਸਮਝ ਨੂੰ ਵਿਸਾਰ ਚੁੱਕੇ ਹਾਂ, ਸਰੀਰ ਦੀ ਨਾਸ਼ਵਾਨਤਾ ਨੂੰ ਭੁੱਲ ਚੁੱਕੇ ਹਾਂ, ਸੰਬੰਧਾਂ ਦੇ ਝੂਠੇ ਹੋਣ ਦੀ ਸੋਝੀ ਭੁੱਲ ਚੁੱਕੇ ਹਾਂ, ਅਤੇ ਜੀਵਨ ਇੰਝ ਲੱਗ ਰਿਹਾ।
ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਮ ਦੀਆ ਦਮਾਮਾ ਆਏ। ਇਸ ਪ੍ਰਕਾਰ 2 ਸ਼ਲੋਕਾਂ ਦੁਆਰਾ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਭਗਤ ਕਬੀਰ ਸਾਹਿਬ ਜੀ ਦੇ ਵਾਕ ਹਨ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ, ਪਸ਼ੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਕਿ ਆਪਣੇ ਮਨੁੱਖ ਹੋਣ ਦੇ ਅਰਥਾਂ ਤੋਂ ਹੀ ਬੰਦਾ ਗਿਰਾਵਟ ਵੱਲ ਚਲਿਆ ਗਿਆ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਅਸੀਂ ਰਾਮ ਨਾਮ ਦੇ ਭੇਦ ਨੂੰ ਜਾਣਨ ਦਾ ਯਤਨ ਕਰੀਏ। ਆਪਣੇ ਜੀਵਨ ਦੇ ਵਿੱਚ ਆਰਜਾ ਦੇ ਬੀਤਣ ਨੂੰ ਬੜੀ ਗੰਭੀਰਤਾ ਦੇ ਨਾਲ ਲੈ ਕੇ ਸ਼ੁਭ ਕਰਮਾਂ ਦੀ ਬੰਦਗੀ ਦੀ ਰਾਸ ਪੱਲੇ ਬੰਨ੍ਹ ਕੇ ਜੀਵਨ ਜੀਵੀਏ, ਤਾਂ ਕਿ ਸਾਡੇ ਜੀਵਨ ਦੀ ਜਿਹੜੀ ਗਿਣਤੀ ਹੈ, ਤਾਂ ਕਰਕੇ ਬਾਣੀ 'ਚ ਵਾ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨੌ ਹੁੱਲਾ, ਜਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ। ਕਿ ਜੀਵਨ ਬੀਤ ਰਿਹਾ, ਪਰ ਬੀਤਣ ਦੇ ਅਰਥਾਂ ਨੂੰ ਸਫਲ ਕਰਮ ਦੀ ਤਰਫ ਲਗਾ ਲੈ, ਤਾਂ ਕਿ ਜੀਵਨ ਸਕਾਰਤ ਹੋ ਜਾਵੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਜੀਵਨ ਦੀ ਕਰਨੀ ਦਾ ਅੰਗ ਬਣ ਜਾਏ। ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਜੀ ਦੇ ਸਰਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।